रूस ते यूक्रेन ਦੀ ਲੜਾਈ ਦੇ ਵਿੱਚ ਲੋਕਾਂ ਦੀ ਮਦਦ ਕੌਣ ਕਰ ਰਿਹਾ ਹੈ? ਜਦੋਂ ਯੁੱਧ ਹੁੰਦਾ ਹੈ ਉਹਦੇ ਵਿੱਚ ਜਾਇਜ਼ ਨਾਜਾਇਜ਼ ਸਭ ਕੁਝ ਹੁੰਦਾ ਹੈ। ਸੇਵਾ ਦੇ ਦਰਮਿਆਨ ਕੋਈ ਇਹੋ ਜਿਹਾ ਵਾਕਿਆ ਤਾਂ ਨਹੀਂ ਹੋਇਆ ਸਾਹਮਣੇ ਕਿ ਆਪਣੇ ਪਹਿਰਾਵੇ ਨੂੰ ਦੇਖ ਕੇ ਤੁਹਾਨੂੰ ਕੋਈ ਟਾਰਗੇਟ ਕੀਤਾ ਗਿਆ ਹੋਵੇ ਕਿਸੇ ਵੱਲੋਂ ਵੀ? ਅਸੀਂ ਯੂਕੇ ਦੀ ਟੀਮ ਲੈ ਕੇ ਹਾਜ਼ਰ ਹੁੰਦੇ ਹਾਂ ਉੱਤੇ ਪਹਿਲੇ ਦਿਨ, ਤੇ ਜੈਕਟਾਂ ਪਾਈਆਂ, ਸਾਰਾ ਕੁਝ। ਲੋਕ ਸਾਨੂੰ ਦੇਖ ਕੇ ਤਾੜੀਆਂ ਮਾਰ ਕੇ ਸਾਡਾ ਸਵਾਗਤ ਕਰ ਰਹੇ ਸਨ। ਅੱਛਾ, ਚੀਅਰਿੰਗ ਕਰ ਰਹੇ ਸਨ ਕਿ ਇੰਨਾ ਉਹਨਾਂ ਦਾ ਵਿਸ਼ਵਾਸ ਪਵੇ ਕਿ ਇਹ ਸਿੰਘ ਆ ਗਏ ਨੇ, ਇਹ ਦਮਾਲੇ ਦਾੜਿਆਂ ਵਾਲੇ, ਇਹ ਹੁਣ ਕੁਝ ਕਰਨਗੇ, ਇੰਨੀ ਆਸ ਉਹਨਾਂ ਨੂੰ। ਜਦੋਂ ਅਸੀਂ ਜਾਂਦੇ ਆ, ਬਾਰਡਰ ਫੋਰਸ ਬੜੇ ਵਧੀਆ ਟਰੀਟ ਕਰਦੇ ਆ ਜੀ। ਉਹਨਾਂ ਨੂੰ ਪਤਾ ਆ ਸਾਡੇ ਹੁਣ ਜੋ ਪਹਿਰਾਵੇ ਦੇਖ ਕੇ, ਖਾਲਸੇ ਦੀ ਵਿਲੱਖਣਤਾ ਦੇਖ ਕੇ, ਤੇ ਉਹ ਇਸ ਚੀਜ਼ ਦੀ ਰਿਸਪੈਕਟ ਕਰਦੇ। ਉਹਨਾਂ ਨੂੰ, ਲੋਕਾਂ ਨੂੰ ਵੀ ਸਮਝ ਲੱਗ ਗਈ ਆ ਕਿ ਜਿੱਥੇ ਇਹ ਨਿਸ਼ਾਨ ਝੂਲਦਾ ਆ, ਇਸ ਰੰਗ ਦਾ ਨਿਸ਼ਾਨ ਝੂਲਦਾ, ਇਹ ਖਾਲਸੇ ਦਾ ਨਿਸ਼ਾਨ ਹੈ। ਇੱਥੇ ਸਾਨੂੰ ਪ੍ਰੋਟੈਕਸ਼ਨ ਮਿਲੂਗੀ, ਇੱਥੇ ਸਾਨੂੰ ਲੰਗਰ ਮਿਲੂਗੇ, ਇੱਥੇ ਸਾਨੂੰ ਪਹਿਨਣ ਨੂੰ ਵਸਤਰ ਮਿਲਣਗੇ, ਤੇ ਸਾਨੂੰ ਮੈਡੀਕਲ ਏਡ ਮਿਲੂਗੀ। ਬੀਬੀ ਨੇ ਬਾਰਡਰ ਕ੍ਰਾਸ ਕੀਤਾ ਆਪਣੇ ਬੱਚਿਆਂ ਦੇ ਨਾਲ। ਉਹ ਹਜੇ ਸਾਡੇ ਟੈਂਟ ਵੱਲ ਨੂੰ ਆ ਹੀ ਰਹੀ ਸੀ। ਉਹ ਵਿਚਾਰੀ ਚੀਕ ਚਿਹਾੜਾ ਮਾਰ ਰਹੀ ਆ, ਉਹ ਯੂਕਰੇਨੀਅਨ ਤੀਮੀ, ਹੈ ਨਾ। ਤੇ ਅਸੀਂ ਸਮਝ ਗਏ ਕਿ ਕੋਈ ਗੱਲ ਆ, ਹੈ ਨਾ। ਤੇ ਉਹ ਰੋਂਦੀ ਕਰਲਾਉਂਦੀ, ਕਦੇ ਇੱਧਰ ਨੂੰ ਦੇਖੇ, ਕਦੇ ਉੱਧਰ ਨੂੰ ਦੇਖੇ, ਹੈ ਨਾ। ਸਮਝ ਆ ਨਾ ਰਵੇ। ਉਹ ਜੀ ਰੋਣ ਲੱਗ ਪਈ ਐਂਡ ਦੇ ਵਿੱਚ। ਸੱਚੀ ਮੇਰਾ ਆਪਣਾ ਰੋਲ ਹੈ ਨਾ, ਉਸ ਵੇਲੇ ਅੱਖਾਂ 'ਚ ਆ ਗਿਆ ਕਿ ਮਹਾਰਾਜ ਨੇ ਕਿਹੋ ਜਿਹੀਆਂ ਸੇਵਾਵਾਂ ਬਖਸ਼ੀਆਂ ਆ ਸਾਨੂੰ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂ ਇਨਕੀ ਪ੍ਰਤੀਤ। ਕਈ ਵੇਲੇ 2-3 ਵਜੇ ਸਾਨੂੰ ਵੀ ਯਾਦ ਆਉਂਦਾ, ਜਦੋਂ ਤੜਕੇ ਦੇ 2-3 ਵੱਜਦੇ ਆ ਉੱਥੇ ਠੰਡ 'ਚ ਖੜਿਆਂ ਨੂੰ, ਵੀ ਯਾਰ ਅਸੀਂ ਕਾਹਦੇ ਲਈ ਨੱਠੇ ਭੱਜੇ ਫਿਰਦੇ ਆ, ਕਿਹੜੀ ਗੱਲ ਦੇ ਲਈ, ਹੈ ਨਾ। ਅਸੀਂ ਕਿਹੜੀਆਂ ਸਰਦਾਰੀਆਂ ਨੂੰ। ਫਿਰ ਜਦੋਂ ਨਿਸ਼ਾਨ ਸਾਹਿਬ ਝੂਲਦਾ ਦਿਖਦਾ ਨਾ ਰਾਤ ਨੂੰ ਲਾਈਟਾਂ ਦੇ ਵਿੱਚ, ਹਾਂ ਬਈ ਅਸੀਂ ਉਸ ਪਾਤਸ਼ਾਹੀ ਨੂੰ ਨੱਠੇ ਭੱਜੇ ਫਿਰਦੇ ਆ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ, ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਬੜੇ ਖਾਸ ਮਹਿਮਾਨ ਪਹੁੰਚੇ ਨੇ। ਗੁਰਪਾਲ ਸਿੰਘ ਜੀ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਨੇ। ਗੁਰਪਾਲ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਖਾਲਸ ਟੀਵੀ ਤੇ। ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਅੱਜ ਦਾ ਹੈ ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਲੋਕਾਂ ਦੀ ਮਦਦ ਕੌਣ ਕਰ ਰਿਹਾ ਹੈ। ਲੋਕਾਂ ਦੀ ਮਦਦ ਜਦੋਂ ਕਰਨ ਦਾ ਵਕਤ ਆਇਆ ਸੀ ਤਾਂ ਸਰਕਾਰਾਂ ਨੇ ਜਿਹੜੀਆਂ ਦੋਨਾਂ ਮੁਲਕਾਂ ਦੀਆਂ, ਉਹ ਆਪਸ ਦੇ ਵਿੱਚ ਲੜਾਈ ਦੇ ਵਿੱਚ ਉਲਝ ਗਈਆਂ ਸੀ। ਪਿਛਲੇ ਮਹੀਨੇ ਦੇ ਵਿੱਚ ਫਰਵਰੀ ਤੋਂ ਯੁੱਧ ਸ਼ੁਰੂ ਹੋਇਆ, ਹਾਲੇ ਤੱਕ ਲਗਾਤਾਰ ਜਾਰੀ ਹੈ। ਆਪਾਂ ਦੇਖਿਆ ਕਿ ਭਾਰਤ ਦੇ ਵੀ ਕਿੰਨੇ ਸਾਰੇ ਵਿਦਿਆਰਥੀ ਸੀ ਜਿਹੜੇ ਯੂਕਰੇਨ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਜਾਂਦੇ ਨੇ। ਹੋਰ ਬਹੁਤ ਸਾਰੇ ਲੋਕ ਸੀ, ਬਹੁਤ ਮੁਲਕਾਂ ਦੇ ਲੋਕ ਸੀ ਜਿਹੜੇ ਉੱਥੇ ਫਸ ਗਏ ਸੀ, ਸਟਕ ਹੋ ਕੇ ਰਹਿ ਸੀ। ਤੇ ਅਸੀਂ ਦੇਖਿਆ ਕਿ ਕਿਵੇਂ ਬੰਕਰਾਂ ਦੇ ਵਿੱਚ ਲੋਕਾਂ ਨੇ ਆਪਣਾ ਸਮਾਂ ਕੱਢਿਆ, ਭੁੱਖੇ ਰਹਿ ਕੇ ਬਾਰਡਰਾਂ ਤੱਕ ਪਹੁੰਚੇ। ਤੇ ਉਹ ਜਿਹੜਾ ਸਮਾਂ ਸੀ ਉਸ ਦੇ ਵਿੱਚ ਬੜੀਆਂ ਸੰਸਥਾਵਾਂ ਅੱਗੇ ਆਉਂਦੀਆਂ ਨੇ। ਜਦੋਂ ਯੁੱਧ ਹੁੰਦਾ ਉਹਦੇ ਵਿੱਚ ਜਾਇਜ਼ ਨਾਜਾਇਜ਼ ਸਭ ਕੁਝ ਹੁੰਦਾ, ਤੇ ਉਹਦੇ ਵਿੱਚ ਇੱਕ ਸੰਸਥਾ ਦਾ ਨਾਮ ਯੂਨਾਈਟਿਡ ਸਿੱਖਸ ਵੀ ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਹਿਊਮੈਨੀਟੇਰੀਅਨ ਕੰਮ ਕਰਦੀ ਹੈ। ਕੁਦਰਤੀ ਆਫਤਾਂ ਜਦੋਂ ਆਉਂਦੀਆਂ ਨੇ ਉਦੋਂ ਲੋਕਾਂ ਦੀ ਮਦਦ ਬਿਨਾਂ ਕਿਸੇ ਜਾਤ ਪਾਤ ਨੂੰ ਦੇਖੇ ਤੋਂ ਬਿਨਾਂ ਮਨੁੱਖਤਾ ਦੀ ਮਦਦ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਅਤੇ ਸਿੱਖਾਂ ਦੀ ਪਛਾਣ ਨੂੰ ਲੈ ਕੇ ਵੀ ਇਹ ਸੰਸਥਾ ਕੰਮ ਕਰਦੀ ਹੈ। ਸੋ ਯੂਕਰੇਨ ਦੇ ਵਿੱਚ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣੇ ਆ ਨਾਲ ਕਿ ਉੱਥੇ ਇੱਕ ਵੱਡਾ ਸਾਰਾ ਕੈਂਪ ਹੈ ਜਿਹੜਾ ਉਹ ਯੂਨਾਈਟਿਡ ਸਿੱਖਸ ਨੇ ਲਾਇਆ ਹੋਇਆ ਹੈ। ਉਹ ਜਗ੍ਹਾ ਕਿਹੜੀ ਹੈ ਉਹ ਸਾਰੀ ਆਪਾਂ ਜਾਣਨ ਦੇ ਲਈ ਗੁਰਪਾਲ ਸਿੰਘ ਜੀ ਦੇ ਨਾਲ ਗੱਲ ਕਰਾਂਗੇ, ਤੇ ਵੀ ਦੱਸ ਦਿੰਦੇ ਆ ਕਿ ਯੂਕਰੇਨ ਦੇ ਵਿੱਚ ਇਹ ਸੇਵਾ ਕਰਕੇ ਆਏ ਨੇ। ਅੱਜ ਕੱਲ ਪੰਜਾਬ ਕੁਛ ਦਿਨਾਂ ਲਈ ਆਏ ਸੀ ਤਾਂ ਖਾਸ ਤੌਰ ਤੇ ਸਟੂਡੀਓ ਪਹੁੰਚੇ ਨੇ। ਸੋ ਗੁਰਪਾਲ ਸਿੰਘ ਜੀ, ਕਿਹੜੇ ਤੁਸੀਂ ਉੱਥੇ ਮੁੱਖ ਕੰਮ ਕਰਦੇ ਹੋ, ਤੇ ਜਿਹੜਾ ਬੇਸ ਕੈਂਪ ਹੈ ਉਹ ਕਿੱਥੇ ਹੈ ਇਸ ਵਕਤ? ਜੀ ਬੇਸ ਕੈਂਪ ਇਸ ਵੇਲੇ ਹੈਗਾ ਜੋ ਬਾਰਡਰ ਆ, ਮਡੀਕਾ ਬਾਰਡਰ ਬੋਲਦਾ ਹੈ ਜੀ, ਪੋਲੈਂਡ ਤੇ ਯੂਕਰੇਨ ਦਾ। ਠੀਕ ਹੈ। ਬੇਸ ਕੈਂਪ ਦਾ ਨਾਮ ਹੀ ਮੈਂ ਪਹਿਲਾਂ ਦੱਸ ਦਵਾਂ, ਸਰਦਾਰ ਹਰੀ ਸਿੰਘ ਨਲੂਏ ਦੇ ਨਾਂ ਤੇ ਹੈ, ਕੈਂਪ ਨਲੂਆ। ਅੱਛਾ, ਕੈਂਪ ਨਲੂਆ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹੀ ਹੈ ਜੀ ਕਿ ਉਹ ਸਰਦਾਰਾਂ ਨੂੰ ਯਾਦ ਰੱਖੀਏ, ਉਹਨਾਂ ਸਰਦਾਰਾਂ ਨੂੰ ਕਿ ਜਦੋਂ 40-40 ਹਜ਼ਾਰ ਛੁਡਾ ਕੇ ਲਿਆਂਦੇ ਹੁੰਦੇ ਸਨ, ਜਦੋਂ ਭੁੱਖਿਆਂ ਨੂੰ ਲੰਗਰ ਛਕਾਉਂਦੇ ਹੁੰਦੇ ਸਨ, ਜਦੋਂ ਦੁਸ਼ਮਣ ਨੂੰ ਵੀ ਲੰਗਰ ਛਕਾਇਆ ਜਾਂਦਾ ਸੀਗਾ। ਜੰਗਲਾਂ ਦੇ ਵਿੱਚ ਕੁਝ ਹਜ਼ਾਰ ਵੀ ਰਹਿ ਗਏ ਸੀਗੇ। ਸਵੇਰ ਤੇ ਸ਼ਾਮ ਨੂੰ
ਨੂੰ ਨਗਾਰਾ ਵਜਾਇਆ ਜਾਂਦਾ ਸੀ। ਉਸ ਖਾਲਸੇ ਦੇ ਬੋਲ ਬਾਲੇ ਨੂੰ, ਉਸ ਖਾਲਸੇ ਦੀ ਪਰੰਪਰਾ ਨੂੰ ਯਾਦ ਕਰਦਿਆਂ ਇਸੇ ਲਈ ਇਸ ਦਾ ਨਾਮ ਹੀ ਨਲੂਆ ਕੈਂਪ ਰੱਖਿਆ ਗਿਆ ਜੀ। ਉੱਥੇ ਸਾਰੇ ਮਤਲਬ ਉੱਥੇ ਹੁਣ ਲੋਕ ਜਿਹੜੇ ਵੀ ਮੁਲਕ ਦੇ ਹੋਣਗੇ ਉਹ ਜਾਣਦੇ ਹੋਣਗੇ ਕੈਂਪ ਨਲੂਆ। ਕੈਂਪ ਨਲੂਆ ਨਿਸ਼ਾਨ ਸਾਹਿਬ ਝੂਲਦੇ ਆ ਜੀ, ਬਾਰਡਰ ਦੇ ਪਰਲੇ ਪਾਰੋਂ ਤੁਹਾਨੂੰ ਦਿਸਣ ਲੱਗ ਪੈਂਦੇ ਆ ਨਿਸ਼ਾਨ ਸਾਹਿਬ। ਤੇ ਨਿਸ਼ਾਨ ਸਾਹਿਬਾਂ ਦੇ ਉਹਨਾਂ ਨੂੰ ਲੋਕਾਂ ਨੂੰ ਵੀ ਸਮਝ ਲੱਗ ਗਈ ਆ ਕਿ ਜਿੱਥੇ ਇਹ ਨਿਸ਼ਾਨ ਝੂਲਦਾ ਆ, ਇਸ ਰੰਗ ਦਾ ਨਿਸ਼ਾਨ ਝੂਲਦਾ, ਇਹ ਖਾਲਸੇ ਦਾ ਨਿਸ਼ਾਨ ਆ। ਇੱਥੇ ਪਹੁੰਚ ਜਾਓ, ਇੱਥੇ ਮਦਦ ਹੋਊਗੀ, ਇੱਥੇ ਮਦਦ ਹੋਊਗੀ, ਇੱਥੇ ਸਾਨੂੰ ਪ੍ਰੋਟੈਕਸ਼ਨ ਮਿਲੂਗੀ, ਇੱਥੇ ਸਾਨੂੰ ਲੰਗਰ ਮਿਲੂਗੇ, ਇੱਥੇ ਸਾਨੂੰ ਪਹਿਨਣ ਨੂੰ ਵਸਤਰ ਮਿਲਣਗੇ, ਤੇ ਸਾਨੂੰ ਮੈਡੀਕਲ ਏਡ ਮਿਲੂਗੀ। ਜਿੰਨੀਆਂ ਵੀ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਉੱਥੇ ਉਸ ਕੈਂਪ ਨਲੂਏ ਦੇ ਵਿੱਚ ਉਹਨਾਂ ਨੂੰ ਮਿਲ ਰਹੀਆਂ ਹੈ ਜੀ। ਤੇ ਇਸ ਵਕਤ ਉੱਥੇ ਕਿੰਨੇ ਸੇਵਾਦਾਰ ਆਪਣੇ ਕੰਮ ਕਰ ਰਹੇ ਨੇ? ਐਟ ਏ ਟਾਈਮ ਜਿਹੜਾ ਕੈਂਪ ਨਲੂਏ ਦੇ ਵਿੱਚ ਤਕਰੀਬਨ 15-20 ਸੇਵਾਦਾਰ ਤਾਇਨਾਤ ਰਹਿੰਦੇ ਨੇ ਜੀ 24 ਘੰਟੇ। ਇਹ ਸਿਰਫ ਇੱਕ ਦਿਨ ਦਾ ਜਾਂ 2 ਦਿਨਾਂ ਦਾ ਜਾਦੀ ਲੜਾਈ ਲੱਗੀ ਹੋਆ। ਇੱਕ ਹਫ਼ਤੇ ਦੇ ਵਿੱਚ ਸਾਡੀ ਜੋ ਐਡਵਾਂਸ ਟੀਮ ਸੀ USA ਤੋਂ, ਭਾਈ ਹਰਦਿਆਲ ਸਿੰਘ ਜੀ ਫਾਊਂਡਰ ਮੈਂਬਰ ਆਫ ਯੂਨਾਈਟਿਡ ਸਿੱਖਸ, ਤੇ ਨਾਲ ਸਰਦਾਰ ਬਲਵੰਤ ਸਿੰਘ ਜੀ ਜੋ ਕਿ ਸਾਡੇ ਉਹ ਵੀ USA ਤੋਂ ਟਰਸਟੀ ਸਹਿਬਾਨ ਨੇ, ਤੇ ਹਵਾਈ ਤੋਂ ਸਾਡੀ ਟੀਮ ਸੀਗੀ ਇੱਕ ਨਾਲ। ਇਹ ਸਾਡੀ ਜਿਹੜੀ USA ਦੀ ਟੀਮ ਹੈ, ਇਹ ਸਾਡੀ ਐਡਵਾਂਸ ਮਿਲਟਰੀ ਪਲੈਨਿੰਗ ਦੇ ਨਾਲ ਐਡਵਾਂਸ ਪਲੈਨਿੰਗ ਟੀਮ ਹੁੰਦੀ ਆ ਜੀ। ਸੋ ਜਿਵੇਂ ਕਿ ਮਿਲਟਰੀ ਆਪਰੇਸ਼ਨਸ ਚੱਲਦੇ ਨੇ, ਕਿਉਂਕਿ ਜੰਗੀ ਪੱਧਰ ਤੇ ਜਦ ਤੁਸੀਂ ਜਾਣਾ ਹੋਵੇ, ਤੁਹਾਡੇ ਬੋਲ ਬਾਲੇ, ਤੁਹਾਡੇ ਆਪਣੇ ਪਹਿਰਾਵੇ, ਤੁਹਾਡਾ ਆਪਣਾ ਸਾਰਾ ਕੁਝ, ਤੁਹਾਡਾ ਇਨਫਰਾਸਟ੍ਰਕਚਰ ਉਹ ਵੀ ਜੰਗੀ ਹੀ ਚਾਹੀਦਾ ਵਾ, ਕਿਉਂਕਿ ਐਡੀਆਂ ਵੱਡੀਆਂ ਸਵਾਵਾਂ ਹੁੰਦੀਆਂ। ਬਿਲਕੁਲ। ਤੇ ਇਹ ਜਿਹੜਾ ਬੇਸ ਕੈਂਪ ਨਲੂਆ ਜਿਹੜਾ ਤੁਸੀਂ ਉਸਾਰਿਆ ਹੋਇਆ, ਇਹ ਪੋਲੈਂਡ ਦੀ ਜ਼ਮੀਨ ਤੇ ਹੈ। ਉੱਥੇ ਫਿਰ ਸਰਕਾਰ ਤੋਂ ਤੁਹਾਨੂੰ ਲੈਣੀ ਪਈ ਇਜਾਜ਼ਤ। ਇਹ ਕਿੰਨਾ ਕੁ ਪ੍ਰੋਸੈਸ ਔਖਾ ਸੀ ਕੁਛ ਜੰਗ ਦੇ ਵੇਲੇ? ਸਾਡੇ ਲਈ ਇੰਨਾ ਕੁਛ ਔਖਾ ਨਹੀਂ ਜੀ। ਕਿਤੇ ਵੀ ਕੋਈ ਆਫਤ ਆਉਂਦੀ ਹੈ, ਕਿਉਂਕਿ ਯੂਨਾਈਟਿਡ ਸਿੱਖ ਹੈ ਕਿ ਯੂਨਾਈਟਿਡ ਨੇਸ਼ਨ ਦੀ ਐਫੀਲੀਏਟਡ ਆਰਗੇਨਾਈਜੇਸ਼ਨ ਹੈ ਜੀ। ਸੋ ਸਾਨੂੰ ਮਾਣ ਆ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਕਿ ਸਿੱਖਾਂ ਦੀ ਇੱਕੋ ਇੱਕ ਜਥੇਬੰਦੀ ਜਿਹੜੀ ਕਿ ਮਾਨਤਾ ਪ੍ਰਾਪਤ ਹੈ ਯੂਨਾਈਟਿਡ ਨੇਸ਼ਨ ਵੱਲੋਂ। ਸੋ ਅਸੀਂ ਕਿਤੇ ਵੀ ਐਕਟਿਵ ਗਰਾਊਂਡ ਦੇ ਵਿੱਚ ਜਾਣਾ ਹੋਵੇ, ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੈਗੀ, ਕਿਤੇ ਕੁਛ ਨਹੀਂ ਸਾਨੂੰ ਬਾਹਲੀਆਂ ਲੋੜ ਹੁੰਦੀਆਂ। ਹਾਲਾਂਕਿ ਅਸੀਂ ਕਿਤੇ ਜਾਣਾ ਹੋਵੇ, ਸਾਨੂੰ ਪ੍ਰੋਟੈਕਸ਼ਨ ਯੂਨਾਈਟਿਡ ਨੇਸ਼ਨ ਦੀ, ਉਹਨਾਂ ਦੇ ਵਹੀਕਲ, ਉਹਨਾਂ ਦੇ ਜਹਾਜ਼ ਜੇ ਵਰਤਨੇ ਹੋਣ, ਤੇ ਉਹ ਸਾਰਾ ਕੁਝ ਮਿਲ ਜਾਂਦਾ ਆ। ਸੋ ਲੌਜਿਸਟਿਕਲ ਜਿਹੜੀ ਮਦਦ ਦੀ ਲੋੜ ਹੁੰਦੀ ਹੈ, ਉਹ ਵੀ ਸਾਨੂੰ ਮਦਦ ਮਿਲ ਜਾਂਦੀ ਹੁੰਦੀ ਹੈ। ਕੈਂਪ ਨਲੂਆ ਇੱਕ ਪਾਸੇ, ਜਿੱਥੇ ਕਿ ਇਧਰਲੇ ਪਾਸੇ ਪੋਲੈਂਡ ਦੇ, ਯੂਕਰੇਨ ਦੇ, ਤੇ ਕੈਂਪ ਮਡੀਕਾ ਅੰਦਰਲੇ ਪਾਸੇ ਵੀ ਕੈਂਪ ਆ ਜੀ। ਤੇ ਇਸ ਤੋਂ ਗਾਹਾਂ ਸਾਡੇ ਸੈਟੇਲਾਈਟ ਹੋਰ ਕੈਂਪ ਨੇ, ਜਿਵੇਂ ਲਵੀਵ ਹੋ ਗਿਆ, ਲਵੀਵ ਉੱਤੇ ਯੂਕਰੇਨ ਦੇ ਅੰਦਰ ਵੀ ਕੈਂਪ ਨੇ। ਠੀਕ ਹੈ, ਉਹੀ ਮੈਂ ਪੁੱਛਣਾ ਚਾਹੁੰਦੀ ਸੀ ਵੀ ਇਹ ਸਿਰਫ ਬਾਰਡਰ ਤੇ ਤੁਸੀਂ ਸੇਵਾ ਦੇ ਰਹੇ ਹੋ ਜਾਂ ਅੰਦਰ ਵੀ? ਨਹੀਂ ਜੀ, ਸੋ ਮੇਨ ਕੈਂਪ ਜਿਹੜਾ ਤੁਹਾਨੂੰ ਸੇਫ ਰੱਖਣਾ ਪੈਂਦਾ ਆ। ਸੇਫ ਜਿਵੇਂ ਕਿ ਕੋਈ ਵੀ ਮਿਲਟਰੀ ਆਪਰੇਸ਼ਨ ਆ, ਤੁਹਾਨੂੰ ਉਹ ਸੇਫ ਰੱਖਣ ਦੇ ਲਈ ਹਮੇਸ਼ਾ ਪਿੱਛੇ ਰਹੋਗੇ ਤੁਸੀਂ। ਉਹ ਤੁਹਾਡਾ ਬੇਸ ਕੈਂਪ ਆ। ਬੇਸ ਕੈਂਪ ਤੋਂ ਫਿਰ ਤੁਹਾਡੇ ਜਿਹੜੀ ਲੌਜਿਸਟਿਕਲ ਸਪਲਾਈਜ਼ ਆ, ਉਹ ਫਿਰ ਤੁਹਾਡੇ ਜਿਹੜੇ ਹੋਲਡਿੰਗ ਵੇਅਰ ਹਾਊਸਿਸ ਹੁੰਦੇ ਆ। ਇੱਕ ਸਕੂਲ ਆ ਜੋ ਕਿ 20 ਕਿਲੋਮੀਟਰ ਯੂਕਰੇਨ ਦੇ ਵਿੱਚ, ਉੱਥੇ ਤਕਰੀਬਨ 150 ਸ਼ਰਨਾਰਥੀ ਐਟ ਏ ਟਾਈਮ ਰਹਿੰਦਾ ਆ। ਉਹ ਅਸੀਂ ਹੁਣ ਟੇਕ ਓਵਰ ਕੀਤਾ। ਉੱਤੇ ਲਈ ਮੈਡੀਕਲ ਉਹਦੇ ਵਿੱਚ ਸੈੱਟ ਕੀਤਾ। ਉੱਤੇ ਸਾਡੇ ਵੋਲੰਟੀਅਰ ਰਹਿਣਗੇ ਤੇ ਉਹਨਾਂ ਦੇ ਲਈ ਖਾਣਾ ਦਾਣਾ ਉਹ ਪਹੁੰਚ ਰਿਹਾ ਆ। ਲਵੀਵ ਨੂੰ ਰੋਜ਼ ਮੈਡੀਕਲ ਡ੍ਰੌਪਸ ਜਾ ਰਹੇ ਨੇ। ਮਸ਼ੀਨਾਂ ਸਾਡੇ ਕੋਲ ਲਾਈਫ ਸੇਵਿੰਗ ਮਸ਼ੀਨਾਂ ਆਈਆਂ ਸਨ ਡੈਨਮਾਰਕ ਤੋਂ। ਸੋ ਬਹੁਤ ਆਰਗੇਨਾਈਜੇਸ਼ਨਾਂ ਸਾਨੂੰ ਸਪੋਰਟ ਕਰ ਰਹੀਆਂ ਕਿ ਸਾਡੇ ਆਪਰੇਸ਼ਨਸ ਦੇਖ ਕੇ, ਸਾਡੇ ਮੈਥਡਸ ਆਫ ਐਕਸੀਕਿਊਸ਼ਨ ਦੇਖ ਕੇ, ਕਿ ਇਹ ਕਿਹੜੇ ਹਿਸਾਬ ਦੇ ਨਾਲ ਕੰਮ ਕਰਦੇ ਆ। ਬਲੈਕ ਐਂਡ ਵਾਈਟ ਟਰਾਂਸਪੈਰੈਂਸੀ, ਜਿੰਨਾ ਵੀ ਪੈਸਾ ਆਉਂਦਾ, ਜੋ ਵੀ ਕੁਝ ਹੁੰਦਾ, ਉਹ ਸਾਰਾ ਉੱਤੇ ਲੱਗ ਰਿਹਾ। ਸਭ ਤੋਂ ਜਿਹੜੀ ਇੱਕ ਦੂਰ ਦੀ ਉੱਤੇ ਲੜਾਈ ਦੇ ਵਿੱਚ ਇੱਕ ਥਾਂ ਹੈ ਜੀ ਖਾਰਕੀਵ। ਖਾਰਕੀਵ ਹੈਗਾ ਯੂਕਰੇਨ ਦਾ ਬਿਲਕੁਲ ਰਸ਼ੀਆ ਦੇ ਨਾਲ ਬਾਰਡਰ ਜਿਹੜਾ ਲੱਗਦਾ, ਐਨ ਨਾਰਥ ਵੈਸਟ ਜਾ ਕੇ ਖਾਰਕੀਵ ਹੈ ਜੀ। ਉੱਤੇ ਵੀ ਸਾਡੀ ਟੀਮ ਤਾਇਨਾਤ ਆ। ਬਿਲਕੁਲ, ਉੱਥੇ ਤਾਂ ਬਹੁਤ ਹੀ ਨਾਜ਼ੁਕ ਹੋ ਗਏ ਸੀ ਹਾਲਾਤ, ਜਦੋਂ ਆਪਾਂ ਦੇਖਿਆ ਕਿ ਇੱਕ ਨੌਜਵਾਨ ਦੀ ਵੀ ਡੈਥ ਹੋ ਜਾਂਦੀ ਹੈ ਗੋਲੀ ਲੱਗਣ ਨਾਲ। ਅੱਛਾ ਭਾਈ ਸਾਹਿਬ, ਜਦੋਂ ਬਹੁਤ ਨਾਜ਼ੁਕ ਹਾਲਾਤ ਸੀ, ਜਿਹੜੇ ਭਾਰਤੀ ਸਟੂਡੈਂਟ ਨੇ, ਬਹੁਤ ਸਾਰੇ ਪੰਜਾਬੀ ਸੀ, ਉੱਥੋਂ ਨਿਕਲ ਨਹੀਂ ਸੀ ਪਾ ਰਹੇ। ਭਾਰਤ ਸਰਕਾਰ ਵੀ ਕੋਸ਼ਿਸ਼ ਕਰ ਰਹੀ ਸੀ, ਭਾਰਤ ਸਰਕਾਰ ਜਹਾਜ਼ ਭੇਜ ਰਹੀ ਸੀ, ਪਰ ਵਿਦਿਆਰਥੀ ਇਹ ਇਲਜ਼ਾਮ ਲਾਉਂਦੇ ਸੀ, ਇੱਥੇ ਵੀ ਆਉਂਦੇ ਸੀ, ਜਿਹੜੇ ਸਾਡੀ ਵੀ ਗੱਲਬਾਤ ਹੋਈ ਕਈਆਂ ਦੇ ਨਾਲ, ਕਿ ਸਾਨੂੰ ਕਹਿ ਦਿੰਦੇ ਨੇ ਬਾਰਡਰ ਤੱਕ ਆ ਜਾਓ। ਉੱਥੋਂ ਅਸੀਂ ਖਾਰਕੀਵ ਤੋਂ ਜਾਂ ਫਿਰ ਕੀਵ ਤੋਂ ਬਾਰਡਰ ਤੱਕ ਪਹੁੰਚੀਏ ਕਿਵੇਂ, ਉਹ ਮਦਦ ਨਹੀਂ ਹੋਈ। ਤੁਸੀਂ ਉਸ ਵੇਲੇ ਕੀ ਕੀਤਾ ਜੀ? ਸੋ ਇਹ ਗੱਲ ਨੂੰ ਆਪਾਂ ਬਿਲਕੁਲ ਪਾਸੇ ਨਹੀਂ ਕਰ ਸਕਦੇ, ਕਿਉਂਕਿ ਜਹਾਜ਼ ਸਰਕਾਰਾਂ ਦੇ ਆ, ਸਰਕਾਰਾਂ ਕੋਲ ਕੈਪੈਸਿਟੀ ਆ। ਅਸੀਂ ਨੌਨ ਗਵਰਨਮੈਂਟ ਆਰਗੇਨਾਈਜੇਸ਼ਨਾਂ, ਜਿੰਨੀਆਂ ਵੀ ਨੌਨ ਗਵਰਨਮੈਂਟ ਆਰਗੇਨਾਈਜੇਸ਼ਨਾਂ, ਜਿੰਨਾ ਕੁ ਸਾਡੇ 'ਚ ਬਲ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਉਹ ਕਰ ਰਹੇ ਹਾਂ। ਸੋ ਸਰਕਾਰਾਂ ਦੀ ਜ਼ਿੰਮੇਵਾਰੀ ਸੀ, ਸਰਕਾਰਾਂ ਨੇ ਕੀਤਾ। ਇਹਨਾਂ ਦੇ ਅਫੀਸ਼ੀਅਲ ਰੂਟ ਤੁਹਾਨੂੰ ਦੱਸ ਦੇਗੀ। ਜਿਹੜਾ ਮੇਨ ਅਫੀਸ਼ੀਅਲ ਰੂਟ ਆਪਾਂ ਕਹਿ ਲਈਏ, ਖਰਸ਼ੀਆ ਇੱਕ ਥਾਂ ਆ, ਬੰਬਾਰਡਮੈਂਟ ਉੱਥੇ ਨੇਵਲ ਬੰਬਾਰਡਮੈਂਟ ਵੀ ਹੋ ਰਹੀ ਆ। ਉਹ ਸਾਊਥ ਈਸਟ ਤਕਰੀਬਨ ਅਡੈਸਾ ਤੋਂ
200-400 ਕਿਲੋਮੀਟਰ ਸੱਜੇ ਪਾਸੇ ਨੂੰ ਪੈਂਦਾ। ਠੀਕ ਹੈ। ਉੱਥੇ ਜਿੰਨੇ ਵੀ ਨਿਆਣੇ ਪਹਿਲਾਂ ਨਿਕਲੇ ਆ ਸਰਕਾਰ ਦੇ ਅਫੀਸ਼ੀਅਲ ਰੂਟ ਥਾਣੀ ਉਹ ਨਿਕਲ ਗਏ। ਕੁਝ ਬੱਚੇ ਫਸ ਗਏ, ਜਾਂ ਤਾਂ ਉਹਨਾਂ ਨੇ ਸਰਕਾਰ ਦੀ ਉਸ ਟਾਈਮ ਗੱਲ ਨਹੀਂ ਮੰਨੀ, ਵਾਰਨਿੰਗਾਂ ਨਹੀਂ ਮੰਨੀਆਂ ਕਿ ਵੇਖੇ ਤੁਹਾਡਾ ਹੁਣ ਨਿਕਲਣੇ ਦਾ ਟਾਈਮ ਆ, ਜਾਂ ਉਹਨਾਂ ਦੇ ਕੋਲ ਗਲਤ ਇਨਫੋਰਮੇਸ਼ਨ ਗਈ ਆ, ਜਾਂ ਜੋ ਵੀ ਕੁਝ ਹੋਇਆ ਕਮਿਊਨੀਕੇਸ਼ਨ ਗੈਪ। ਹਾਂਜੀ। ਸੋ ਸਰਕਾਰਾਂ ਨੇ ਜਹਾਜ਼ ਲਾ ਦਿੱਤੇ, ਸਰਕਾਰਾਂ ਨੇ ਦੱਸ ਦਿੱਤਾ ਕਿ ਇਸ ਬਾਰਡਰ ਤੇ ਆ ਜਾਓ। ਪਰ ਜਿਵੇਂ ਤੁਸੀਂ ਕਿਹਾ ਬਾਰਡਰ ਤੇ ਜਾਣ ਕਿੱਦਾਂ, ਲੜਾਈ ਲੱਗੀ ਹੋ, ਬੰਕਰ ਚੋਂ ਕਿੱਦਾਂ ਨਿਕਲਣ, ਉਹ ਕੀ ਪ੍ਰੋਸੈਸ ਆ, ਬਾਰਡਰ ਤੇ ਉਹਨਾਂ ਨੂੰ ਰਿਸੀਵ ਕਰਨ ਲਈ ਅਫੀਸ਼ੀਅਲ ਕਿੱਥੇ ਨੇ, ਉਹ ਥੋੜੀ ਜਿਹੀ ਘਾਟ ਰਹਿ ਗਈ ਸੀ, ਥੋੜੀ ਕੀ ਕਹਿ ਲਈਏ ਜ਼ਿਆਦਾ ਘਾਟ ਰਹਿ ਗਈ ਸੀ ਕੋਆਰਡੀਨੇਸ਼ਨ ਦੇ ਵਿੱਚ। ਸੋ ਸਰਕਾਰ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ। ਪਰ ਜਿਹੜੇ ਨਿਆਣੇ ਹੁਣ ਫਸ ਗਏ ਸੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ, ਕਿਉਂਕਿ ਕੇਸ ਸਾਡੇ ਕੋਲ ਡੇਲੀ ਆਉਂਦੇ ਇਦਾਂ ਦੇ। ਤੇ 3 ਬੱਚੇ ਸਨ ਖਰਸ਼ੀਆ ਦੇ ਵਿੱਚ, ਬੱਚੇ ਫਸ ਗਏ। 2 ਹਫ਼ਤੇ ਸਾਡੀ ਪਲੈਨਿੰਗ ਉਹਨਾਂ ਤੇ ਲੱਗੀ। ਤੇ ਜਿਹੜੇ ਪਾਸਿਓਂ ਵੀ ਕੱਢ ਸਕਦੇ, ਅਫੀਸ਼ੀਅਲ ਰੂਟ ਉਹਨਾਂ ਦਾ ਸੀਗਾ ਕਿ ਉਹਨਾਂ ਨੇ ਖਰਸ਼ੀਆ ਤੋਂ ਜਾਣਾ ਸੀਗਾ ਕ੍ਰਾਈਮੀਆ ਰਸ਼ੀਆ ਨੂੰ ਬਾਈ ਬੱਸ, ਜੋ ਕਿ 18 ਘੰਟੇ ਦਾ ਸਫ਼ਰ ਸੀਗਾ। ਸੱਜੇ ਪਾਸੇ ਨੂੰ ਨਹੀਂ ਜਾਣਾ ਸੀਗਾ, ਸਾਊਥ ਵੱਲ ਨੂੰ, ਸਾਊਥ ਈਸਟ ਨੂੰ ਹੀ। ਤੇ ਉੱਤੋਂ ਫਿਰ ਉਹਨਾਂ ਨੇ ਟ੍ਰੇਨ ਲੈਣੀ ਸੀ ਮਾਸਕੋ ਦੀ। ਇਹ ਅਫੀਸ਼ੀਅਲ ਰੂਟ ਸੀਗਾ ਸਰਕਾਰ ਦਾ। ਮਾਸਕੋ ਨੂੰ 1.5-2 ਦਿਨ ਦੇ ਵਿੱਚ ਉਹ ਟ੍ਰੇਨ ਰਸ਼ੀਆ ਪਹੁੰਚਣੀ ਸੀਗੀ ਮਾਸਕੋ ਦੇ ਵਿੱਚ। ਮਾਸਕੋ ਤੋਂ ਫਿਰ ਫਲਾਈਟ ਲੱਗੀ ਹੋਈ ਸੀ ਆਊਟ ਆਫ ਮਾਸਕੋ, ਅਫਰੀਕਾ ਹੋ ਗਿਆ, ਦਿੱਲੀ ਹੋ ਗਿਆ, ਜਿੱਥੇ ਵੀ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਜਾਣਾ ਸੀ। ਇਹ ਬੱਚੇ 3 ਫਸ ਗਏ ਉੱਥੇ। ਤੇ ਇਹਨਾਂ ਨੇ ਇੱਕ ਗੁੱਡੀ, ਉਹਨਾਂ ਦੇ ਵਿੱਚ ਸਾਡੇ ਹਿੰਦੂਆਂ ਦੀ ਗੁੱਡੀ ਸੀ, ਇੱਕ ਗੁੱਡੀ ਸੀ ਸਿੱਖਾਂ ਦੀ, ਹਰਿਆਣੇ ਦੇ ਨਾਲ ਸੰਬੰਧਿਤ ਸੀ, ਇੱਕ ਸੀਗਾ ਸਾਡਾ ਈਸਾਈਆਂ ਦਾ ਮੁੰਡਾ ਸੀਗਾ, ਉਹ ਸਾਊਥ ਇੰਡੀਆ ਤੋਂ ਸੀਗਾ। ਉਹ ਬੱਚੇ ਫਸ ਗਏ। ਉਹਨਾਂ ਦੇ ਵਾਰ-ਵਾਰ ਇੱਧਰੋਂ ਇੰਡੀਆ ਸਾਡਾ ਜੋ ਚੈਪਟਰ ਆ, ਕਿਉਂਕਿ ਜਿੱਥੇ ਕਿਸੇ ਦਾ ਕੋਈ ਸੰਪਰਕ ਹੁੰਦਾ, ਤਕਰੀਬਨ 11 ਮੁਲਕਾਂ ਦੇ ਵਿੱਚ ਤਾਂ ਸਾਡੇ ਰਜਿਸਟਰਡ ਚੈਪਟਰ ਨੇ ਜੀ। ਸੋ ਸਾਡੇ ਰਜਿਸਟਰਡ ਆਫਿਸਿਸ ਨੇ। ਰਜਿਸਟਰਡ ਆਫਿਸਾਂ ਦੇ ਨਾਲ ਫਿਰ ਸਾਡੇ ਸੈਟੇਲਾਈਟ ਆਫਿਸਿਸ ਹੁੰਦੇ ਆ। ਹੁਣ ਜਿਵੇਂ ਸਾਡਾ ਰਜਿਸਟਰਡ ਆਫਿਸ ਇੰਡੀਆ ਦੇ ਵਿੱਚ ਦਿੱਲੀ ਆ, ਹੁਣ ਦਿੱਲੀ ਦੇ ਜਿਹੜੇ ਸੈਟੇਲਾਈਟ ਆਫਿਸਿਸ ਆ, ਪੰਜਾਬ ਆ, ਹਰਿਆਣਾ ਹੋ ਗਿਆ, ਸਾਊਥ ਇੰਡੀਆ ਹੋ ਗਿਆ, ਜਾਂ ਸ਼੍ਰੀਲੰਕਾ ਹੋ ਗਿਆ, ਕਿਤੇ ਵੀ ਜਾਣਾ ਹੋਵੇ ਉਹ ਸੈਟੇਲਾਈਟ ਆਫਿਸ ਫਿਰ ਉਹ ਸਾਰੇ ਉਹਨਾਂ ਨੂੰ ਰਿਪੋਰਟ ਕਰਨਗੇ। ਤੇ ਫਿਰ ਸੈਟੇਲਾਈਟ ਆਫਿਸਿਸ ਆਪਣੇ ਹੈੱਡਕੁਆਟਰ ਨੂੰ, ਜੋ ਮੁਲਕ ਦਾ ਹੈੱਡਕੁਆਟਰ, ਦੇ ਜਿਹੜੇ ਹੈੱਡਕੁਆਟਰ ਨੇ, ਉਹ ਫਿਰ ਜਿਹੜੀ ਇੰਟਰਨੈਸ਼ਨਲ ਆਰਮ ਆ ਜਿਨ੍ਹਾਂ ਦੇ ਵਿੱਚੋਂ ਅਸੀਂ ਆ, ਸੋ ਉਹਨਾਂ ਨੂੰ ਉਹ ਰਿਪੋਰਟ ਕਰਨਗੇ ਫॉर ਦੀ ਕੋਆਰਡੀਨੇਸ਼ਨ ਪਰਪਸਿਸ। ਠੀਕ ਹੈ। ਉਹ ਬੱਚਿਆਂ ਦੇ ਜਦੋਂ ਸੁਨੇਹੇ ਆਉਂਦੇ ਆ, ਇੰਡੀਆ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਕਿ 3 ਸਾਡੇ ਭਾਰਤੀ ਬੱਚੇ ਆ ਇੱਥੇ ਨੇ, ਇਹਨਾਂ ਦਾ ਕੁਝ ਕਰੋ। ਤੇ ਫਿਰ ਅਸੀਂ ਸਾਰਾ ਜਾਇਜ਼ਾ ਲੈਣਾ ਹੁੰਦਾ। ਸਾਡੀਆਂ ਸਿਕਿਉਰਿਟੀ ਦੀਆਂ ਆਪਣੀਆਂ ਟੀਮਾਂ, ਪ੍ਰਾਈਵੇਟ ਸਿਕਿਉਰਿਟੀ ਜੋ ਕਿ ਐਕਸ ਮਿਲਟਰੀ ਪਰਸਨਲ, ਤੇ ਉਹਨਾਂ ਦੀ ਸਾਰੀ ਕਿੱਟ ਆਪਣੀ ਵੱਖਰੀ ਹੁੰਦੀ ਆ। ਤੇ ਉਸ ਟੀਮ ਦੇ ਨਾਲ ਸਾਰਾ ਸੰਪਰਕ ਕੀਤਾ। ਉਹਨਾਂ ਨੇ ਆਪਣੇ ਸੇਫ ਹਾਊਸਿਸ ਉਧਰ ਸੈੱਟ ਕੀਤੇ ਉਹਨਾਂ ਬੱਚਿਆਂ ਨੂੰ ਉਧਰ ਕੱਢਣ ਦੇ ਲਈ ਕਿ ਅਸੀਂ ਕਿਹੜੇ ਰੂਟ ਥਾਣੀ ਆਉਣਾ ਆ, ਕਿਹੜੇ ਰੂਟ ਥਾਣੀ ਜਾਣਾ ਆ, ਸਾਡਾ ਐਂਟਰੀ ਐਗਜ਼ਿਟ ਰੂਟ ਐਜ਼ ਵੈਲ ਐਜ਼ ਕਿ ਸਾਡਾ ਜਿਹੜਾ ਐਮਰਜੈਂਸੀ ਰੂਟ ਕੀ ਆ, ਸਾਡੇ ਵਹੀਕਲਸ ਕੀ ਆ, ਅਸੀਂ ਕਨਵੋਈ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ। ਇਹ ਜੋ ਜਿੱਦਾਂ ਆਪਾਂ ਗੱਲ ਕਰਦੇ ਸੀ ਨਾ ਕਿ ਜਦੋਂ ਇਹ ਜੰਗੀ ਪੱਧਰ ਤੇ ਕੰਮ ਕਰਨਾ ਹੋਵੇ, ਤੁਹਾਨੂੰ ਆਪਣਾ ਇਨਫਰਾਸਟ੍ਰਕਚਰ ਜੰਗੀ ਪੱਧਰ ਵਾਲਾ ਰੱਖਣਾ ਪੈਂਦਾ ਫॉर ਦੀ ਈਵਨ ਫॉर ਹਿਊਮੈਨਿਟੇਰੀਅਨ ਤਿਆਰ ਬਰ ਤਿਆਰ। ਹਾਂਜੀ, ਜਿਵੇਂ ਖਾਲਸਾ ਤਿਆਰ ਬਰ ਤਿਆਰ। ਸੋ ਉਹਦੇ ਵਿੱਚ ਉਹ ਬੱਚਿਆਂ ਨੂੰ ਉਧਰੋਂ ਕੱਢ ਕੇ ਲਿਆਉਣ, ਸਾਨੂੰ ਤਕਰੀਬਨ 2 ਹਫ਼ਤੇ ਦੀ ਪਲੈਨਿੰਗ ਤੋਂ ਬਾਅਦ ਫਿਰ ਯਕਦਮ ਕੰਮ ਹੁੰਦਾ ਇਹ। ਤੇ ਸੁਨੇਹਾ ਆ ਗਿਆ ਕਿ ਹੁਣ ਅਸੀਂ ਰੈਡੀ ਹਾਂ, ਕਿਉਂਕਿ ਜਿਹੜੇ ਸਾਡੇ ਸਿਕਿਉਰਿਟੀ ਪ੍ਰੋਟੋਕੋਲਸ ਆ ਉਹ ਉਹਨਾਂ ਦੇ ਜਾਣੀ ਕਿ ਜਿਹੜੇ ਬੰਦੇ ਨੀਡ ਟੂ ਨੋ, ਨਾਟ ਦੀ ਹੋਲ ਆਰਗੇਨਾਈਜੇਸ਼ਨ, ਨੀਡ ਟੂ ਨੋ ਬੇਸਿਸ ਸਾਡੇ ਚੀਫ ਆਫਿਸਰਸ ਹੋ ਗਏ, ਸਰਦਾਰ ਗੁਰਪ੍ਰੀਤ ਸਿੰਘ ਜੀ ਅਮਰੀਕਾ, ਸਰਦਾਰ ਹਰਦਿਆਲ ਸਿੰਘ ਜੀ ਹੋ ਗਏ, ਜਾਂ ਟਰਸਟੀ ਸਾਹਿਬਾਨ ਹੋ ਗਏ, ਜਾਂ ਫਿਰ ਜਿਹੜੇ ਗਰਾਊਂਡ ਆਪਰੇਸ਼ਨਸ ਦੇ ਇੰਚਾਰਜ ਆ ਦਾਸ ਆਪ ਨੇ ਉੱਤੇ ਫੀਲਡ ਆਪਰੇਸ਼ਨਸ ਦੇ ਲਈ, ਸਿਰਫ ਉਹਨਾਂ ਦੇ ਕੋਲ। ਤੇ ਜਿਨ੍ਹਾਂ ਨੂੰ ਦੱਸਣ ਦੀ ਲੋੜ ਆ ਜਸਟ ਅ ਲਿਟਲ ਬਿਟ ਬਿਕੋਜ਼ ਥੀਸ ਆਰ ਵੈਰੀ ਡੈਲੀਕੇਟ ਆਪਰੇਸ਼ਨਸ, ਹੈ ਨਾ। ਕਿਸੇ ਸਮੇਂ ਕੁਛ ਵੀ ਵਾਪਰ ਸਕਦਾ ਆ ਕਿ ਕਿਸੇ ਹੋਰ ਨੂੰ ਪਤਾ ਲੱਗ ਜਾਵੇ, ਰਸ਼ੀਅਨਸ ਨੂੰ ਪਤਾ ਲੱਗੇ ਜਾਂ ਯੂਕਰੇਨੀਅਨਸ ਨੂੰ ਪਤਾ ਲੱਗੇ ਜਾਂ ਕਿਸੇ ਹੋਰ ਨੂੰ। ਪੀਪਲ ਵਿਲ ਬੀ ਇੰਟਰਸਟਿਡ ਇਨ ਦਿਸ ਕਿ ਵੀ ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ, ਹੈ ਨਾ। ਉਹ ਦਿਸ ਇਜ਼ ਹਿਊਮੈਨਿਟੇਰੀਅਨ ਮਿਸ਼ਨ। ਸੋ ਉਹਨਾਂ ਬੱਚਿਆਂ ਨੂੰ ਕੱਢਦੇ ਲਿਆਂਦੇ ਅਸੀਂ ਲਿਆਉਣਾ ਸੀਗਾ ਬੱਚਿਆਂ ਨੂੰ ਮੋਲਡੋਵ ਟੂ ਦੀ ਬੋਰਡਰਸ ਆਫ ਰੋਮੇਨੀਆ। ਪਰ ਰੋਮੇਨੀਆ ਲਿਆਉਣ ਦੇ ਲਈ ਉਹਨਾਂ ਨੂੰ ਮੈਕਲੋਵ ਤੋਂ ਲਿਆਂਦਾ ਗਿਆ, ਫਿਰ ਅਡੈਸਾ ਦੇ ਵਿੱਚ ਇੱਕ ਹੋਰ ਕੇਸ ਸੀਗਾ ਜੀ ਸਾਡੇ ਕੋਲ, ਮਹਾਰਾਜ ਦੀ ਬਾਣੀ ਉੱਥੋਂ ਲਿਆਣੀ ਸੀ। ਸੋ ਉਹ ਅਸੀਂ ਟਾਈ ਅਪ ਕਰ ਰਹੇ ਸੀ ਇੱਕ ਆਪਰੇਸ਼ਨ ਦੇ ਵਿੱਚ, ਤਾਂ ਕਿ ਸਾਡੀਆਂ ਟੀਮਾਂ ਦੁਬਾਰਾ ਉਧਰ ਨੂੰ ਜਾਣ ਦੇ ਰਿਸਕ ਬਹੁਤ ਸੀਗਾ। ਤੇ ਪਰ ਉਹ ਬੱਚੇ ਉਧਰ ਪਿੱਛੇ ਫਸ ਗਏ। ਤਕਰੀਬਨ 8-10 ਘੰਟੇ ਡਿਲੇ ਹੋ ਗਏ ਉਹਨਾਂ ਬੱਚਿਆਂ ਦੀ। ਸੋ ਉਹਨਾਂ ਦੀ 8-10 ਘੰਟੇ ਡਿਲੇ ਹੋਣ ਦੇ ਨਾਲ ਸਾਡੇ ਇੱਕ ਸੈਕੰਡ ਐਕਸਟ੍ਰੈਕਸ਼ਨ ਟੀਮ ਸਰਦਾਰ ਸਿਮਰਨ ਸਿੰਘ USA, ਤੇ ਉਹ ਸਿੰਘ ਉਹਨਾਂ ਦੀ ਡਿਊਟੀ ਲੱਗ ਗਈ। ਸੋ ਉਹਨਾਂ ਦੀ ਸਾਰੀ ਅਰੇਂਜਮੈਂਟ
ਕਰਨੀ, ਉਹਦੇ ਉਸ ਅਰੇਂਜਮੈਂਟ ਦੇ ਵਿੱਚ ਫਿਰ ਸਾਡੇ UK ਦੇ ਜਿਹੜਾ ਡਿਫੈਂਸ ਸਿੱਖ ਡਿਫੈਂਸ ਨੈਟਵਰਕ ਆ ਅਫੀਸ਼ੀਅਲ, ਤੇ ਉਹ ਵੀ ਇਨਵੋਲਵ ਸੀ ਫੋਰ ਦੀ ਰੇਡ ਅਖਵ ਕਿ ਰੇਡਰ ਉੱਤੇ, ਕਿਉਂਕਿ ਨੇਵਲ ਸ਼ਿਪਾਂ ਦੀ ਬੰਬਾਰਡਮੈਂਟ ਆ ਰਹੀ ਆ, ਤੇ ਉਧਰਲੀਆਂ ਹੋਰ ਜੋ ਯੂਕਰੇਨੀਅਨ ਮਿਲਟਰੀ ਜਾਂ ਰਸ਼ੀਅਨ ਅਥਾਰਟੀਜ਼ ਜਾਂ ਇਹ ਬਹੁਤ ਇੱਕ ਵੱਡੀ ਪੱਧਰ ਤੇ ਆਪਰੇਸ਼ਨ ਹੁੰਦੇ ਆ ਜੀ ਕਿ ਜਦੋਂ ਕਰਨੇ ਪੈਂਦੇ ਆ ਇਹ, ਪਰ ਸਾਰਿਆਂ ਨਾਲ ਗੱਲਬਾਤ ਕਰਨੀ ਫॉर द ਹਿਊਮੈਨਿਟੇਰੀਅਨ ਮਿਸ਼ਨ it becomes a necessity, ਤੇ ਉਹ ਸਾਨੂੰ ਸਾਰਾ ਫਿਰ ਕਰਨਾ ਪੈਂਦਾ। ਤੇ ਫਿਰ ਉਹਨਾਂ ਨੂੰ ਇਹਨਾਂ ਨੂੰ ਸਿਰਫ 1 ਘੰਟਾ ਮਿਲਿਆ ਸਰਦਾਰ ਸਿਮਰਨ ਸਿੰਘ ਨੂੰ ਤੇ ਡਿਫੈਂਸ ਵੱਲੋਂ ਕਿ ਤੁਹਾਡੇ ਕੋਲ 1 ਘੰਟੇ ਦਾ ਤੁਹਾਨੂੰ ਕਵਰ ਦਿੰਨੇ ਆ ਕਿ ਤੁਸੀਂ ਮਹਾਰਾਜ ਦੀ ਬਾਣੀ ਉੱਥੋਂ ਲਿਆਣੀ। ਹੁਣ ਅਸੀਂ ਉਹਨਾਂ ਨੂੰ ਸੋ ਵੀ ਹੈਡ ਟੂ ਰਨ 2 ਆਪਰੇਸ਼ਨਸ ਪੈਰਲਲ ਟੂ ਈਚ ਅਦਰ, ਇੱਕ ਬੱਚਿਆਂ ਨੂੰ ਕੱਢਣਾ ਤੇ ਇੱਕ ਮਹਾਰਾਜ ਦੀ ਬਾਣੀ। ਹਾਂਜੀ, ਤੇ ਰੂਟ ਉਹੀ ਸੀਗਾ, ਤੇ ਉਹਨਾਂ ਨੂੰ ਸੇਫ ਹਾਸਨ ਦੇ ਵਿੱਚੋਂ ਲਿਆਂਦੇ ਜਾਂ ਜਿੱਥੇ ਵੀ ਉਹਨਾਂ ਨੂੰ ਰੱਖਣਾ ਸੀਗਾ। ਤੇ ਫਿਰ ਦੋਨਾਂ ਕੰਮਾਂ ਲਈ 1 ਘੰਟਾ ਮਿਲਿਆ। ਨਹੀਂ, ਜਿਹੜਾ ਪਿੱਛੋਂ ਆ ਰਹੇ ਸੀ ਬੱਚੇ ਆ ਰਹੇ ਸੀ ਉਹ ਤਾਂ ਟਾਈਮ ਡਿਪੈਂਡੈਂਟ ਸੀਗਾ, ਕਿਉਂਕਿ 25-30 ਉਹਨਾਂ ਦੇ ਚੈੱਕ ਪੁਆਇੰਟ ਸੀਗੇ। ਸੋ 25-30 ਚੈੱਕ ਪੁਆਇੰਟਾਂ ਤੋਂ ਉਹਨਾਂ ਨੇ ਇੱਕ ਸਟੇਟਮੈਂਟ ਜਿਹੜੀ ਗੁੱਡੀ ਸੀਗੀ, ਮੇਰੇ ਕੋਲ ਉਹਦਾ ਨਾਮ ਵੀ ਸਿਮਰਨ ਕੌਰ ਹੀ ਸੀਗਾ, ਉਸਨੇ ਇੱਕ ਸਟੇਟਮੈਂਟ ਦਿੱਤੀ, ਅੱਖਾਂ ਭਰ ਆਉਂਦੀਆਂ ਜਦੋਂ ਤੁਸੀਂ ਉਹ ਸਟੇਟਮੈਂਟ ਪੜ੍ਹਦੇ ਆ ਕਿ ਬੱਚੇ ਉੱਥੇ ਕਿੱਦਾਂ ਰਹੇ, ਕਿੱਦਾਂ ਨਿਕਲੇ, ਤੇ ਯੂਨਾਈਟਿਡ ਸਿੱਖ ਨੇ ਉਹਨਾਂ ਦੇ ਲਈ ਕੀ ਕੀਤਾ, ਜੋ ਵੀ ਉਹਨਾਂ ਦਾ ਖਰਚਾ ਸੀਗਾ, ਜਾਂ ਸਾਡੀਆਂ ਸਿਕਿਉਰਿਟੀ ਟੀਮਾਂ ਕਿ ਜਿਹੜੀਆਂ ਦੇ ਵਿਲ ਸਟੇ ਵੈਲ ਬੈਕ, ਕਿਉਂਕਿ ਜੇ ਸਿਕਿਉਰਿਟੀ ਟੀਮ ਤੁਹਾਡੇ ਜ਼ਿਆਦਾ ਨੇੜੇ ਆ ਤੁਹਾਡੇ ਆਪਣੇ ਆਪ ਲਈ ਵੀ ਖਤਰਾ ਆ, ਤੇ ਹੋ ਸਕਦਾ ਅਗਲੇ ਮਿਸਟੇਕ ਕਰ ਜਾਣ ਕਿ ਰਸ਼ੀਅਨ ਮਿਸਟੇਕ ਕਰ ਜਾਣ ਜਾਂ ਯੂਕਰੇਨੀਅਨ ਮਿਸਟੇਕ ਕਰ ਜਾਣ ਕਿ ਇਹ ਬੋਡੀ ਆਰਮਰ ਵਾਲੇ ਇਹ ਬੰਦੇ ਕੌਣ ਆ, ਕੋਈ ਵੀ ਹੋ ਸਕਦੇ ਆ। ਸੋ ਵੀ ਹੈਵ ਟੂ ਆਪਰੇਟ ਇਨ ਅ ਵੈਰੀ ਡਿਫਰੈਂਟ ਵੇ, ਹਨਾ। we have to take things on as we see, ਹਨਾ, at that time। so ਉਹਨਾਂ ਨੂੰ ਉਧਰੋਂ ਕੱਢਦੇ ਲਿਆਂਦੇ ਅਡੈਸਾ ਤੋਂ, ਫਿਰ ਆਏ ਜੀ ਮਲਡੋਵੀਆ, ਤੇ ਮਲਡੋਵੀਆ ਤੋਂ ਫਿਰ ਰੋਮੇਨੀਆ। ਬੱਚੇ ਇਸ ਵੇਲੇ ਬਿਲਕੁਲ ਸੇਫ ਐਂਡ ਸਾਊਂਡ ਰੋਮੇਨੀਆ ਨੇ ਉਹ, ਕਿਉਂਕਿ ਉਹਨਾਂ ਨੇ ਉੱਥੇ ਹੀ ਥੋੜਾ ਟਾਈਮ ਅਟਕਣਾ ਸੀਗਾ। ਉਹ ਆਪਣੇ ਘਰਾਂ ਚ ਨਹੀਂ ਆਏ, ਉਹ ਆਪਣੇ ਘਰਾਂ ਚਲੇ ਗਏ। ਤੇ ਮਹਾਰਾਜ ਦੀ ਬਾਣੀ ਬਾਰੇ ਜੇ ਤੁਸੀਂ ਜਾਣਨਾ ਚਾਹੋ। ਜੀ ਬਿਲਕੁਲ, ਮਹਾਰਾਜ ਦੀ ਬਾਣੀ ਬਾਰੇ ਅਸੀਂ, ਮੈਨੂੰ ਇਹ 2 ਟੀਮਾਂ ਲੈ ਕੇ ਆਈਆਂ ਨੇ ਭਾਈ ਸਾਹਿਬ, ਇੱਕ ਪਹਿਲਾਂ ਤੇ ਉਸ ਤੋਂ ਬਾਅਦ ਫੇਰ ਦੁਬਾਰਾ, ਮਤਲਬ ਕੁਝ ਪੋਥੀਆਂ ਮਹਾਰਾਜ ਦੀ ਬਾਣੀ ਰਹਿ ਗਈ ਸੀਗੀ। ਤੁਹਾਨੂੰ ਪਤਾ ਕਿਵੇਂ ਲੱਗਿਆ? ਪਹਿਲਾਂ ਤਾਂ ਆਪਾਂ ਇੱਥੇ ਆਈਏ ਕਿ ਜੀ ਜਦੋਂ ਕਿਤੇ ਇਦਾਂ ਦੇ ਹਾਲਾਤ ਬਣਦੇ ਆ, ਸਾਡਾ ਪਹਿਲਾ ਹੁੰਦਾ ਹੈ ਕਿ ਉੱਤੇ ਦੇਖੀਏ ਆਪਣੀ ਕਮਿਊਨਿਟੀ ਕਿੰਨੀ ਆ, ਸਾਡੀ ਆਪਣੀ ਜਾਂ ਭਾਰਤੀ ਕਮਿਊਨਿਟੀ, ਸਿੱਖਾਂ ਦੀ ਕਮਿਊਨਿਟੀ, ਹਿੰਦੂ ਕਮਿਊਨਿਟੀ ਕਿੰਨੀ ਆ, ਜਾਂ ਈਵਨ ਕ੍ਰਿਸਚੀਅਨਸ ਜਿਹੜੇ ਸਾਡੇ ਬਿਲੋਂਗਿੰਗ ਟੂ ਇੰਡੀਆ ਉਹ ਕਿੰਨੇ ਨੇ, ਉਹ ਉੱਥੇ ਸੇਫ ਐਂਡ ਸਾਊਂਡ ਆ, ਉਹ ਨਿਕਲ ਗਏ। ਬਾਕੀਆਂ ਨੂੰ ਤਾਂ ਮਦਦ ਮਿਲ ਜਾਣੀ ਆ। ਕਈ ਵੇਲੇ ਜੇ ਹੁਣ ਤੁਹਾਡੇ ਕੋਲ ਬਾਹਰਲੇ ਪਾਸਪੋਰਟ ਨੇ, ਤੁਹਾਡੇ ਕੋਲ ਇੰਡੀਅਨ ਪਾਸਪੋਰਟਸ ਨੇ, ਤੁਸੀਂ ਹਾਲਾਤ ਦੇਖਿਆ ਹੀ ਆ ਜੀ ਕਿ ਬੱਚਿਆਂ ਦੇ ਨਾਲ ਕੀ ਟ੍ਰੀਟਮੈਂਟ ਹੋ ਰਹੀ ਸੀ ਟ੍ਰੇਨਾਂ ਦੇ ਵਿੱਚ ਉਸ ਸਮੇਂ। ਉਹਨਾਂ ਨੂੰ ਕੁੱਟਿਆ ਮਾਰਿਆ ਵੀ ਗਿਆ, ਹਾਂਜੀ, ਉਹਨਾਂ ਨੂੰ ਕੁੱਟ ਮਾਰਦੇ ਵੀ। ਜਦੋਂ ਸਾਨੂੰ ਉਹ ਗੱਲਾਂ ਪਤਾ ਲੱਗੀਆਂ, ਅਸੀਂ ਸਾਰੀਆਂ ਅਥਾਰਟੀਆਂ ਨੂੰ ਯਕਦਮ ਉਹਨਾਂ ਨੂੰ ਤਾੜਿਆ ਕਿ ਇਹ ਬੱਚੇ ਫਰੋਮ ਦੀ ਇੰਡੀਅਨ ਨੈਸ਼ਨਲ ਏਰੀਆਜ਼ ਹੈ ਨਾ, ਕਿ ਤੁਸੀਂ ਇਹਨਾਂ ਦੇ ਨਾਲ, ਕਿਸੇ ਵੀ ਬੱਚੇ ਦੇ ਨਾਲ ਤੁਸੀਂ ਇਸ ਤਰ੍ਹਾਂ ਬਿਹੇਵ ਨਹੀਂ ਕਰ ਸਕਦੇ। ਤੁਹਾਨੂੰ ਕੋਈ ਪ੍ਰੋਬਲਮ ਆ, ਤੁਸੀਂ ਸਾਡੇ ਨਾਲ ਗੱਲ ਕਰੋ। ਤੁਸੀਂ ਪਹਿਲਾਂ ਸਰਕਾਰ ਨਾਲ ਗੱਲ ਕਰੋ, ਸਰਕਾਰ ਤੱਕ ਤੁਹਾਡੀ ਨਹੀਂ ਪਹੁੰਚ, ਤੁਸੀਂ ਸਾਡੇ ਨਾਲ ਗੱਲ ਕਰੋ ਤਾਂ ਕਿ ਅਸੀਂ ਕੁਛ ਨਾ ਕੁਛ ਇਹਨਾਂ ਦਾ ਇੰਤਜ਼ਾਮ ਕਰ ਲਈਏ। There's absolutely no way that you should behave or that you can behave in that way, ਹੈ ਨਾ ਜੀ। ਤੇ ਉਸ ਸੌਰੀ ਮੈਂ ਪੁੱਛ ਰਹੀ ਸੀ ਕਿ ਬਾਣੀ ਉੱਥੇ ਮਤਲਬ ਪੋਥੀਆਂ ਪਈਆਂ ਨੇ ਮਹਾਰਾਜ ਦੀਆਂ, ਉਹ ਪਤਾ ਕਿਵੇਂ ਲੱਗਿਆ ਓਡੈਸਾ ਦੇ ਵਿੱਚ ਨਹੀਂ ਹੈ? ਹਾਂਜੀ, ਸੋ ਜਦੋਂ ਗੁਰਦੁਆਰਾ ਸਾਹਿਬ ਅਸੀਂ ਦੇਖਿਆ, ਪਤਾ ਸੀ ਕਿ ਇੱਥੇ ਓਡੈਸਾ ਦੇ ਵਿੱਚ ਮੇਨ ਗੁਰਦੁਆਰਾ ਯੂਕਰੇਨ ਆ, ਤੇ ਉਹਦੇ ਵਿੱਚ ਫਿਰ ਅਸੀਂ ਦੇਖਿਆ ਕਿ ਇੱਥੇ ਹੁਣ ਆਪਣੀ ਕਮਿਊਨਿਟੀ ਨੂੰ ਪੁੱਛੀਏ ਫਿਰ ਮਹਾਰਾਜ ਦੀ ਬਾਣੀ ਕਿੱਥੇ ਆ, ਗੁਰੂ ਗ੍ਰੰਥ ਸਾਹਿਬ ਇਸ ਵੇਲੇ ਕਿੱਥੇ ਨੇ, ਸੇਫ ਤੇ ਸਾਊਂਡ ਨੇ, ਕਿਉਂਕਿ ਕਿਸੇ ਸਮੇਂ ਵੀ ਬੰਬਾਰਡਮੈਂਟ ਹੋ ਸਕਦੀ ਆ। ਤੇ ਫਿਰ ਪਤਾ ਲੱਗਿਆ ਕਿ ਜੀ ਮਹਾਰਾਜ ਦੇ ਬੀੜਾਂ ਜਿਹੜੀਆਂ ਸਨ ਗੁਰੂ ਮਹਾਰਾਜ ਦੀਆਂ, ਉਹ ਤਾਂ ਸੰਗਤ ਲੈ ਆਈ ਤੇ ਉਹਨਾਂ ਨੇ ਹੋਰ ਮੁਲਕ ਲੈ ਗਏ ਸਨ, ਹਨਾ, ਪਰ ਪਿੱਛੇ ਬਾਣੀ ਰਹਿ ਗਈ ਆ। ਸੈਂਚੀਆਂ ਸਾਹਿਬ ਰਹਿ ਗਈਆਂ ਸਨ, 2 ਭਾਗਾਂ ਦੇ ਵਿੱਚ ਮਹਾਰਾਜ ਦੀ ਬਾਣੀ ਰਹਿ ਗਈ ਸੀ। ਹਿੰਦੀ ਦੇ ਗੁਟਕੇ ਸਨ ਤੇ ਹਿੰਦੀ ਦੇ ਸੈਂਚੀਆਂ ਸਨ, ਤਕਰੀਬਨ 18-20 ਗੁਟਕੇ ਸਨ ਜੀ ਮਹਾਰਾਜ ਦੇ ਬਾਣੀ ਦੇ ਗੁਟਕੇ ਸਨ। ਤੇ ਫਿਰ ਅਸੀਂ ਉਹਨਾਂ ਨੂੰ, ਯੂਕਰੇਨ ਵਾਲੀਆਂ ਸੰਗਤ ਨੂੰ ਇਹ ਕਿਹਾ ਸੀਗਾ, ਪ੍ਰਧਾਨ ਸਾਹਿਬ ਹੋਣਾ ਦੇ ਨਾਲ ਗੱਲ ਹੋਈ ਸੀ ਕਿ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ, ਸਾਨੂੰ ਪਤਾ ਹਾਲਾਤ ਕਿਹੋ ਜਿਹੇ ਬਣ ਚੁੱਕੇ ਆ, ਤੁਸੀਂ ਆਪਣੀਆਂ ਜਾਨਾਂ ਬਚਾਈਆਂ। ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ, ਉਹ ਕਹਿੰਦੇ ਜੀ ਦੇਖੋ ਕਿ ਅਸੀਂ ਮਹਾਰਾਜ ਦੇ ਉੱਤੋਂ ਲੈ ਆਏ, ਅਸੀਂ ਮੁੜ ਕੇ ਜਾਣਾ ਸੀ ਬਾਣੀ ਹੋਰ ਲੈਣ, ਪਰ ਹਾਲਾਤ ਇਹੋ ਜਿਹੇ ਬਣ ਗਏ, ਸਾਨੂੰ ਵੀ ਪਤਾ ਸੀ, ਜਾ ਨਹੀਂ ਪਾਏ। ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਕੋਈ ਸ਼ਿਕਵਾ ਨਹੀਂ। ਇੱਕ ਤੁਹਾਨੂੰ ਇੱਥੇ ਹੋਰ ਦਿਲਚਸਪ ਗੱਲ ਦੱਸ ਦਈਏ ਜੀ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਹਿੰਦੂ ਭਾਈ ਰਹਿੰਦਾ ਸੀਗਾ, ਉਹ ਗੁਰਦੁਆਰੇ ਦੀ ਆ ਕੇ ਦੇਖ ਰੇਖ ਕਰ ਜਾਂਦਾ ਹੁੰਦਾ ਸੀ। ਭੋਲਾ ਨਾਥ ਉਹਦਾ ਨਾਮ ਸੀਗਾ ਜੀ। ਉਹ ਸਰਦਾਰ ਸਿਮਰਨ ਸਿੰਘ ਹੋਣਾ ਦੇ ਨਾਲ ਮੁਲਾਕਾਤ ਹੋਈ ਸੀ, ਜਿਹੜੇ ਸਿੰਘ ਨੇ ਉੱਧਰੋਂ ਬਾਣੀ ਕੱਢ ਕੇ ਉਹ ਟੀਮ ਦੇ ਨਾਲ ਗਏ ਸੀ, ਯੂਕੇ ਲਿਆਂਦੇ। ਹਾਂਜੀ, ਉਹ ਬਾਣੀ ਹੁਣ ਯੂਕੇ। ਸੋ ਭੋਲਾ ਨਾਥ ਹੋਣੀ
ਹੁਣੀ ਉੱਥੇ ਬਹੁਤ ਆਪਣੀ ਡਿਊਟੀ ਨਿਭਾਈ ਆ। ਇੱਕ ਸਾਂਝੀ ਵਾਲਤਾ ਦਾ ਮੈਸੇਜ ਜਿਹੜਾ ਆਪਾਂ ਹਮੇਸ਼ਾ ਦਿੰਨੇ ਆ, ਖਾਲਸੇ ਦਾ ਮੈਸੇਜ ਹੁੰਦਾ ਬਿਲਕੁਲ, ਯਾਨੀ ਕਿ ਬਾਕੀ ਜਿਹੜੇ ਸਿੱਖ ਨੇ ਉਹ ਉੱਥੋਂ ਨਿਕਲ ਉਹ ਦੂਰ ਸਨ ਤੇ ਭੋਲਾਨਾਥ ਜੀ ਹੁਣੀ ਉੱਥੇ ਨੇੜੇ ਰਹਿੰਦੇ ਸਨ, ਇਸੇ ਕਰਕੇ ਉਹ ਆ ਕੇ ਗੁਰਦੁਆਰੇ ਦੀ ਦੇਖ ਰੇਖ ਕਰ ਜਾਂਦੇ। ਗੁਰਦੁਆਰਾ ਵੀ ਦੱਸਦੇ, ਗੁਰਦੁਆਰਾ ਬਿਲਕੁਲ ਸਹੀ ਸਲਾਮਤ ਆ, ਬਹੁਤ ਸੋਹਣੀ ਬਿਲਡਿੰਗ ਆ ਤੇ ਗੁਰਦੁਆਰਾ ਉਵੇਂ ਆ, ਹਜੇ ਉੱਥੇ ਬੰਬਾਰਡਮੈਂਟ ਕੋਈ ਅਜਿਹੀ ਨਹੀਂ ਸੀ ਹੋਈ, ਪਰ ਉਹ ਪ੍ਰਕਾਸ਼ ਨਹੀਂ ਹੈ ਹੁਣ। ਹਾਂਜੀ, ਪ੍ਰਕਾਸ਼ ਨਹੀਂ। ਸੋ ਉਸ ਬਾਣੀ ਨੂੰ ਫਿਰ ਸਰਦਾਰ ਸਿਮਰਨਜੀਤ ਸਿੰਘ ਹੁਣਾਂ ਨੇ ਲਿਆਂਦਾ ਮੋਲਡੋਵੀਆ ਤੋਂ ਰੋਮਾਨੀਆ ਤੋਂ ਲੰਡਨ ਫਿਰ ਸਾਡੇ ਨੈਸ਼ਨਲ ਸਿੱਖ ਮਿਊਜ਼ੀਅਮ ਜੋ ਡਰਬੀ ਦੇ ਵਿੱਚ ਸੁਸ਼ੋਭਿਤ ਹੈ ਤੇ ਜਿਸ ਦੇ ਵਿੱਚ ਦਾਸ ਹੋਣੀ ਆਪ ਵੀ ਇਨਵੋਲਵ ਹੁੰਦੇ, ਕਿਉਂਕਿ ਅਸੀਂ ਵੀ ਉਸੇ ਸ਼ਹਿਰ ਦੇ ਹਾਂ। ਤੇ ਉੱਤੋਂ ਫਿਰ ਮਹਾਰਾਜ ਦੀ ਇੱਕ ਬੈਨ ਆਈ ਸੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਤੋਂ, 5 ਸਿੰਘ ਸਾਹਿਬਾਨ ਨਾਲ ਆਏ ਸਨ ਤੇ ਤਿਆਰ ਆਏ ਸਨ, ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਜਾਂ ਮਹਾਰਾਜ ਦੀਆਂ ਪੋਥੀਆਂ ਆ ਰਹੀਆਂ ਹੈ। ਕਮਿਊਨੀਕੇਸ਼ਨ ਬਿਲਕੁਲ, ਪਹਿਲਾਂ ਇਦਾਂ ਹੀ ਲੱਗਿਆ ਸੀ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਬੀੜ ਹੈ ਉਹ ਲਿਜਾਈਆਂ ਜਾ ਰਹੀਆਂ ਨੇ, ਬਾਅਦ ਚੋਂ ਪਤਾ ਲੱਗਿਆ ਸੀ ਕਿ ਪੋਥੀਆਂ ਹੈਗੀਆਂ। ਪਰ ਸਤਿਕਾਰ ਉਨਾ ਹੀ ਦੇਣਾ ਪੈਣਾ ਸੀਗਾ। ਸੋ ਜੀ ਉਹਨਾਂ ਦਾ ਪੂਰਾ ਉਸੇ ਤਰ੍ਹਾਂ ਸਾਰਾ ਕੁਝ ਤੌਰ ਤਰੀਕੇ ਦੇ ਨਾਲ ਸਭ ਕੁਝ ਕੀਤਾ ਗਿਆ ਖਾਲਸੇ ਦੀ ਜੋ ਪਰੰਪਰਾ ਦੇ ਮੁਤਾਬਕ। ਅਸੀਂ ਤਾਂ ਪੂਰੇ ਤਿਆਰ ਉਧਰ ਟੀਮ ਗਈ ਸੀ। ਸੋ ਉਹ ਬਾਣੀ ਹੁਣ ਇਸ ਵੇਲੇ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ ਦੇ ਵਿੱਚ ਸੁਸ਼ੋਭਿਤ ਹੈ। ਸਾਡਾ ਇਹਨਾਂ ਦੇ ਯੂਕਰੇਨ ਦੀ ਸੰਗਤ ਨਾਲ ਇਹ ਵਾਅਦਾ ਸੀ ਕਿ ਕੁਝ, ਜਿਵੇਂ ਮੈਂ ਪਹਿਲਾਂ ਗੱਲ ਕਰਨੀ ਸ਼ੁਰੂ ਕੀਤੀ ਸੀ, ਕੋਈ ਸ਼ਿਕਵਾ ਨਹੀਂ, ਤੁਸੀਂ ਠੀਕ ਆ, ਜੋ ਕੁਝ ਹੋਇਆ ਹਾਲਾਤਾਂ ਦੇ ਲਿਆਕਤ ਦੇ ਮੁਤਾਬਕ ਹੋਇਆ। ਜਦੋਂ ਬਹਾਲੀ ਦੇ ਦਿਨ ਆਣਗੇ, ਇਹ ਇਮਾਨਤ ਯੂਕਰੇਨ ਦੀ ਸੰਗਤ ਦੀ ਆ, ਇਹੀ ਟੀਮਾਂ ਹੋਣਗੀਆਂ, ਇਹੀ ਬੰਦੇ ਹੋਣਗੇ, ਆਦਬ ਸਤਿਕਾਰ ਦੇ ਨਾਲ ਬਾਣੀ ਵਾਪਸ ਜਾਏਗੀ ਤੇ ਖਾਲਸੇ ਦੇ ਉਸੇ ਤਰ੍ਹਾਂ ਨਿਸ਼ਾਨ ਚਲਾ ਕੇ ਆਣਗੇ। ਜੀ ਬਿਲਕੁਲ। ਸੋ ਕਿਉਂਕਿ ਆਸ ਕਰਦੇ ਆਪਾਂ ਕਿ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਹੈ ਉਹ ਨਿਬੜ ਜਾਵੇ, ਬਹੁਤ ਟਾਈਮ ਉੱਥੇ ਹੋ ਗਿਆ। ਸੋ ਭਾਈ ਸਾਹਿਬ, ਤੁਸੀਂ ਉੱਥੇ ਰਹੇ ਹੋ, ਕਿੰਨਾ ਟਾਈਮ, ਕਿੰਨੇ ਦਿਨ ਤੁਸੀਂ ਉੱਥੇ ਲਾਏ ਹੈਗੇ ਨੇ ਤੇ ਕੀ ਕੁਛ ਤੁਸੀਂ ਦੇਖਿਆ? ਮਤਲਬ ਮਨੁੱਖਤਾ ਦਾ ਵੀ ਘਾਣ ਹੋ ਰਿਹਾ ਉੱਥੇ, ਆਪਾਂ ਕਹਿ ਸਕਦੇ ਕਿ ਜਾਨੀ ਮਾਲੀ ਦੋਵੇਂ ਤਰ੍ਹਾਂ ਦੇ ਨੁਕਸਾਨ ਹੋ ਰਹੇ ਨੇ। ਬਾਰਡਰ ਤੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਆਉਂਦੇ ਸੀਗੇ, ਕੀ ਕੋਈ ਖਾਸ ਜਿਹੜੀ ਗੱਲ ਹੈ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ? ਬਾਰਡਰ ਦੇ ਹਾਲਾਤ ਕਈ ਵੇਲੇ ਤਾਂ ਜੀ ਅੱਖਾਂ 'ਚ ਨੀਰ ਆ ਜਾਂਦਾ ਉਹਨਾਂ ਦੇ ਹਾਲਾਤ ਦੇਖ ਕੇ। ਜਦੋਂ ਹੁਣ ਤੁਸੀਂ ਦੂਰੋਂ ਦੇਖਦੇ ਆ ਨਾ, ਤੁਸੀਂ ਦੇਖਦੇ ਕਿ ਉਹਨਾਂ ਦੇ ਕੱਪੜੇ ਲੀੜੇ ਤੁਹਾਨੂੰ ਸੋਹਣੇ ਲੱਗਦੇ, ਮੋਟੀਆਂ ਜੈਕਟਾਂ ਪਾਈਆਂ ਆ ਤੇ ਤੁਹਾਨੂੰ ਲੱਗਦਾ ਕਿ ਬੇ ਬੰਦੇ ਇਹ ਵੈਲ ਆਫ ਨੇ ਸੀਗੇ ਵੀ, ਠੀਕ ਉਹ ਬਿਲਕੁਲ ਠੀਕ ਠਾਕ ਸਨ, ਪਰ ਹਾਲਾਤ ਬੰਦੇ ਨੂੰ ਅਰਸ਼ੋਂ ਫਰਸ਼ ਤੇ ਫਰਸ਼ੋਂ ਅਰਸ਼ ਲਿਆਉਣ ਵਾਲਾ ਟਾਈਮ ਨਹੀਂ ਲੱਗਦਾ ਹਨਾ। ਇਹ ਤਾਂ ਆਪਾਂ ਦੇਖਦੇ ਆ ਕਈ ਬੜੀਆਂ ਭਾਵੁਕ ਤਸਵੀਰਾਂ, ਕਿਸੇ ਨੇ ਬੱਚੇ ਨੇ ਹੱਥ 'ਚ ਸਿਰਫ ਟੈਡੀ ਚੁੱਕਿਆ ਹੋਇਆ ਹੈ, ਕਿਸੇ ਨੇ ਆਪਣਾ ਨਿੱਕਾ ਜਿਹਾ ਬੈਗ ਚੁੱਕਿਆ, ਉਹਦੇ 'ਚ ਕਿੰਨਾ ਕੁ ਲੱਗੇਜ ਤੁਸੀਂ ਲੈ ਜਾਓਗੇ, ਘਰ ਦਾ ਸਾਰਾ ਸਮਾਨ ਛੱਡ ਕੇ ਜਾਣਾ ਪੈਂਦਾ। ਤੇ ਉਹਨਾਂ ਬਾਰਡਰਾਂ ਦੇ ਉੱਤੇ ਤੁਸੀਂ ਇੱਕ ਗੱਲ ਹੋਰ ਵੀ ਨੋਟ ਕਰਨੀ ਹੈ ਕਿ ਬਾਲੀਆਂ ਬੀਬੀਆਂ ਤੇ ਬੱਚੇ ਤੇ ਬਜ਼ੁਰਗ ਹੀ ਆ ਰਹੇ ਨੇ ਤੇ ਜਿਹੜੇ ਉਹਨਾਂ ਦੇ ਬੰਦੇ ਨੇ ਤੇ ਉਹ ਪਿੱਛੇ ਰਹਿ ਰਹੇ ਨੇ ਲੜਨ ਦੇ ਲਈ। ਉਹਨਾਂ ਦਾ ਜਜ਼ਬਾ, ਉਸ ਕੌਮ ਦਾ ਜਜ਼ਬਾ ਵੀ ਇੱਕ ਅਲੱਗ ਜਜ਼ਬਾ ਆ ਉੱਤੇ ਦੀ ਕੌਮ ਦਾ। ਤੇ ਉੱਤੇ ਜਿਹੜੇ ਬੀਬੀਆਂ ਬੱਚੇ ਆ ਰਹੇ ਨੇ ਤੇ ਕਈ ਵੇਲੇ ਤਾਂ ਏਦਾਂ ਹੁੰਦਾ ਜੀ, ਵਿਚਾਰਿਆਂ ਨੇ ਪੈਰੀਂ ਵੀ ਨੰਗੇ ਹੁੰਦੇ ਆ ਕਿ ਕਈ ਦਿਨ ਤੁਰ ਕੇ ਆਉਂਦੇ ਨੇ। ਉਧਰ ਬੱਸਾਂ ਵੀ ਲੱਗੀਆਂ ਆ, ਪਰ ਕਈ ਵੇਲੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਬੱਸਾਂ ਜਾਂ ਕਾਰਾਂ ਜਾਂ ਕੁਛ ਵੀ ਹਾਲਾਤ ਉਹਨਾਂ ਨੂੰ ਮਿਲਦਾ ਨਹੀਂ, ਕਈ ਦਿਨਾਂ ਦੇ ਭੁੱਖੇ ਆਉਂਦੇ ਨੇ। ਜਦੋਂ ਉਹ ਬਾਰਡਰ ਤੇ ਆਉਂਦੇ ਨੇ, ਉਹਨਾਂ ਨੂੰ ਦੂਸਰੇ ਪਾਸੇ, ਕਿਉਂਕਿ ਯੂਕਰੇਨ ਦੇ ਅੰਦਰਲੇ ਬਾਰਡਰ ਦੇ ਉੱਤੇ ਵੀ ਆਪਣੇ ਕੈਂਪ ਨੇ ਤੇ ਉੱਤੇ ਉਹਨਾਂ ਨੂੰ ਸਹਾਇਤਾ ਮਿਲ ਜਾਂਦੀ ਹੈ, ਮੁੱਢਲੀ ਸਹਾਇਤਾ ਪਹਿਲਾਂ ਉਧਰ ਪ੍ਰਦਾਨ ਕੀਤੀ ਜਾਂਦੀ, ਉਹਨਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਉਸ ਤੋਂ ਉਪਰੰਤ ਜਦੋਂ ਬਾਰਡਰ ਪਾਰ ਕਰਦੇ ਨੇ, ਇੱਧਰਲੇ ਉਹਨਾਂ ਨੂੰ ਸਾਰਾ ਕੁਝ ਸਮਝਾਇਆ ਜਾਂਦਾ ਕਿ ਨਿਸ਼ਾਨ ਦੇਖ ਲਿਓ, ਉਹ ਆਪੇ ਦੇਖ ਲੈਂਦੇ ਆ। ਫਿਰ ਉਹਨਾਂ ਨੇ ਜਦੋਂ ਤੁਸੀਂ ਕਹਿੰਦੇ ਮੁੱਢਲੀ ਸਹਾਇਤਾ, ਉਹ ਸਿਕਿਉਰਿਟੀਜ਼ ਦਿੰਦੀਆਂ ਨੇ ਜਿਹੜੀਆਂ ਸਰਕਾਰੀ ਸਿਕਿਉਰਿਟੀਜ਼ ਨੇ, ਉਹ ਦਿੰਦੀਆਂ ਮੇਨਲੀ ਐਨਜੀਓਜ਼, ਜਿਵੇਂ ਕਿ ਯੂਨਾਈਟਿਡ ਸਿੱਖ ਹੋ ਗਈ, ਰੈੱਡ ਕਰਾਸ ਔਨ ਦੀ ਅਦਰ ਸਾਈਡ, ਯੂਨਾਈਟਿਡ ਨੇਸ਼ਨਸ ਔਨ ਦੀ ਅਦਰ ਸਾਈਡ, ਤੇ ਹੋਰ ਕਈ ਬਹੁਤ ਲਿਮਿਟਿਡ ਨੇ, ਪਰ ਬਾਹਲੀਆਂ ਆਰਗੇਨਾਈਜੇਸ਼ਨਾਂ ਸਾਰੀਆਂ ਬਾਰਡਰਲੇ ਇੱਧਰਲੇ ਪਾ ਰਿਹਾ ਤੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਫਿਰ, ਕਿਉਂਕਿ ਜੀ ਉੱਤੇ ਕਈ ਕਿਲੋਮੀਟਰ ਦੀਆਂ ਲਾਈਨਾਂ ਲੱਗਦੀਆਂ ਨੇ। ਜੇ ਤੁਸੀਂ ਜਾਣਨਾ ਹੋਵੇ, ਤੁਹਾਡਾ ਸਵਾਲ ਮੇਰੇ ਖਿਆਲ ਇਹ ਵੀ ਆਣਾ ਕਿ ਕਿੰਨੇ ਕੁ ਲੋਕ ਆਉਂਦੇ ਨੇ, ਜੇ ਅੰਦਾਜ਼ਾ ਲਾਣਾ ਆ, ਉਸ ਬਾਰਡਰ ਤੋਂ, ਮਡੀਕਾ ਬਾਰਡਰ ਤੋਂ 5 ਦਿਨਾਂ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ 1,85,000 ਬੰਦਾ ਉਸ ਬਾਰਡਰ ਦੇ ਥਾਣੀ ਨਿਕਲਿਆ ਜੀ। 1,85,000 ਸਿਰਫ ਉਸ ਬਾਰਡਰ ਦੇ ਥਾਣੀ। ਤੁਸੀਂ ਯਾਨੀ ਕਿ ਸਭ ਤੋਂ ਬਿਜ਼ੀਐਸਟ ਬਾਰਡਰ ਉਹ ਬਾਰਡਰ ਸੀਗਾ। ਤੇ ਮੇਨ ਚੀਜ਼ਾਂ ਉਹਨਾਂ ਦੀ ਜਿਹੜੀ ਮੁੱਢਲੀ ਲੋੜ ਤੁਸੀਂ ਕਹਿ ਰਹੇ ਹੋ, ਉਹ ਖਾਣ ਪੀਣ, ਭੁੱਖੇ ਹੁੰਦੇ ਹੋਣਗੇ ਤੇ ਉਸ ਤੋਂ ਬਾਅਦ ਜਿਹੜੀਆਂ ਦਵਾਈਆਂ ਦੀ ਲੋੜ ਹੁੰਦੀ ਹੋਏਗੀ। ਸੋ ਮੈਡੀਕਲ, ਸੋ ਜਦੋਂ ਉਹ ਆਉਂਦੇ ਨੇ ਬਾਰਡਰ ਦੇ ਇੱਧਰਲੇ ਪਾਰ ਆਉਂਦੇ ਨੇ, ਵੱਡਾ ਸਾਰਾ ਕਈ 100 ਮੀਟਰ ਦਾ ਉੱਥੇ ਟੈਂਟ ਲੱਗਾ ਹੈ ਜੀ ਯੂਨਾਈਟਿਡ ਸਿੱਖ ਦਾ ਜੀ।
ਉਸ ਟੈਂਟ ਦੇ ਆਲੇ ਦੁਆਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਵਾ ਕਿ ਕਿਉਂਕਿ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਕਿ ਇਹ ਸਿੱਖਾਂ ਦਾ ਟੈਂਟ ਆ, ਸਾਨੂੰ ਇਹਦੇ ਵਿੱਚ ਸਿਕਿਉਰ ਟੈਂਟ ਆ, ਸਾਨੂੰ ਇਹਦੇ ਵਿੱਚ ਸਹਾਇਤਾ ਮਿਲੂਗੀ, ਸਾਨੂੰ ਖਾਣ ਨਹੀਂ ਮਿਲੂਗਾ, ਸਾਨੂੰ ਪਹਿਨਣ ਨੂੰ ਪੀਣ ਨੂੰ ਯਾਨੀ ਕਿ ਉਹ ਪਹਿਲਾਂ ਤੋਂ ਹੀ ਭਰੋਸਾ ਕਰਕੇ ਹਾਂਜੀ ਉਹਨਾਂ ਨੇ ਬਹੁਤ ਲੋਕਾਂ ਨੇ ਹੁਣ ਦੇਖ ਲਿਆ ਪਵੇ ਕਿ ਸਾਡੀ ਜੋ ਖਾਲਸੇ ਦੀ ਇੱਕ ਸ਼ਾਖ ਬਣੀ ਹੋ ਆ, ਸਾਰੀ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਇਹ ਸ਼ਾਖ ਬਣੀ ਹੋ ਆ, ਤੇ ਪਰ ਉਹਨਾਂ ਨੂੰ ਇਹ ਵੀ ਹੁਣ ਪਤਾ ਹੈ ਪਵੇ ਕਿ ਇਕੱਲੇ ਇਹ ਲੰਗਰਾਂ ਤੱਕ ਹੀ ਸੀਮਤ ਨਹੀਂ ਹੈਗੇ, ਇਹ ਮੈਡੀਕਲ ਸਹਾਇਤਾ, ਇਹ ਲੀਗਲ ਸਹਾਇਤਾ, ਇਹ ਜੋ ਸਾਡੀਆਂ ਐਕਸਟ੍ਰੈਕਸ਼ਨ ਟੀਮਾਂ ਆ ਉਹਨਾਂ ਦੀਆਂ ਸਹਾਇਤਾ, ਇਹ ਬਹੁਤ ਤਰ੍ਹਾਂ ਦੀਆਂ ਸਹਾਇਤਾ ਕਰਦੇ ਨੇ। ਸੋ ਉਸ ਟੈਂਟ ਦੇ ਵਿੱਚ ਜਦੋਂ ਆਉਂਦੇ ਨੇ ਜੀ, ਉਹ ਇੱਕ ਸਿਕਿਉਰ ਟੈਂਟ ਆ, ਕਿਉਂਕਿ ਸਾਡੇ ਕੋਲ ਯਤੀਮ ਬੱਚੇ ਵੀ ਆਉਂਦੇ ਨੇ, ਕਈ ਵੇਲੇ 50 60 ਬੱਚੇ ਆਉਂਦੇ ਨੇ। ਉਹਨਾਂ ਦੀ ਗੱਲ ਮੈਂ ਜ਼ਰੂਰ ਕਰਨੀ ਸੀ, ਕਿਉਂਕਿ ਜਦੋਂ ਖਬਰਾਂ ਪੜ੍ਹਦੇ ਆ ਨਾ ਸਾਡਾ ਵੀ ਮਨ ਭਰ ਆਉਂਦਾ ਵੀ ਬੱਚੇ, ਇੱਕ ਬੱਚਾ ਤਾਂ ਇਹ ਸੁਣਿਆ ਸੀ ਕਿ ਇਕੱਲਾ ਗਿਆ ਹੈਗਾ, ਕੱਲੇ ਨੇ ਬਾਰਡਰ ਪਾਰ ਕੀਤਾ ਹੈ, ਉਹਦੇ ਮਾਂ ਪਿਓ ਇੱਧਰ ਰਹਿ ਗਏ ਨੇ, ਬੱਚੇ ਨੂੰ ਕੱਲੇ ਨੂੰ ਉਹਨਾਂ ਨੇ ਭੇਜਿਆ ਕਿ ਇਹਦੀ ਜਾਨ ਬਚ ਜਾਵੇ। ਸੋ ਇਸ ਤਰ੍ਹਾਂ ਦੇ ਬੱਚੇ ਜਦੋਂ ਆਉਂਦੇ ਨੇ ਉਹ ਕੱਲੇ ਹੀ ਤੁਰੇ ਆਉਂਦੇ ਨੇ, ਆਸ-ਪਾਸ ਦੇ ਲੋਕ ਮਦਦ ਕਰਦੇ ਨੇ ਕੀ? ਨਹੀਂ, ਉਹ ਨਾ ਫਿਰ ਇੱਕ ਪ੍ਰੋਸੈਸ ਹੈ ਜੀ ਕਿ ਬੱਚਾ ਅਨਅਕੰਪਨੀਡ ਇੰਟਰਨੈਸ਼ਨਲ ਬਾਰਡਰ ਵੈਸੇ ਪਾਰ ਨਹੀਂ ਕਰ ਸਕਦਾ ਹੁੰਦਾ, ਇਹ ਇੰਟਰਨੈਸ਼ਨਲ ਜਿਹੜੇ ਕਾਨੂੰਨ ਨੇ ਜੀ। ਸੋ ਉਹ ਹੁੰਦੇ ਆ ਜੀ ਫਿਰ ਅੰਡਰ ਐਨ ਆਰਗੇਨਾਈਜੇਸ਼ਨ, ਹੁਣ ਜਿਵੇਂ ਰੈੱਡ ਕਰਾਸ ਹੋ ਗਿਆ ਜਾਂ ਯੂਨਾਈਟਿਡ ਨੇਸ਼ਨ ਹੋ ਗਿਆ, UNCHR ਹੋ ਗਿਆ, ਸੋ ਯੂਨਾਈਟਿਡ ਨੇਸ਼ਨ ਦੀ ਵਿੰਗ ਹੈ ਹਨਾ। ਸੋ ਉਹ ਅਫੀਸ਼ੀਅਲੀ ਉਹਨਾਂ ਦੇ they will be accompanied by an authoritative body। ਠੀਕ ਹੈ। ਸੋ ਹਾਂਜੀ, ਸੋ ਇੰਟਰਨੈਸ਼ਨਲ ਬਾਰਡਰ ਉਹਨਾਂ ਦੇ ਥਾਣੀ ਉਹਨਾਂ ਨੇ ਕ੍ਰਾਸ ਕਰਨਾ, ਤੇ ਉਹਦੇ ਵਿੱਚ ਅਸੀਂ ਫਿਰ ਇਨਵੋਲਵ ਹਾਂ। ਸੋ ਔਨ ਦੀ ਰਿਸੀਵਿੰਗ ਐਂਡ ਹਨਾ, ਸੋ ਅਸੀਂ ਜਿਹੜੇ ਉਹਨਾਂ ਨੇ we will let them complete the initial process first, ਕਿਉਂਕਿ ਜ਼ਿੰਮੇਵਾਰੀ ਦਾ ਕੰਮ ਆ। ਸੋ ਉਹਨਾਂ ਦਾ ਜੋ ਬੈਕਗ੍ਰਾਉਂਡ ਆ, ਬੱਚੇ ਦਾ ਬੈਕਗ੍ਰਾਉਂਡ ਆ, that's up to the Ukrainian government to do all the due diligence that they need to provide ਹਨਾ, to the secure border force and everything। ਤੇ ਫਿਰ ਉਹਨਾਂ ਨੇ ਪੇਪਰ ਵਰਕ ਕਰਕੇ ਜਦੋਂ ਸਾਡੇ ਕੋਲ ਬੱਚਾ ਟੈਂਟ ਦੇ ਵਿੱਚ ਲਿਆਣਾ ਹਨਾ, ਤੇ ਉਹਨਾਂ ਬੱਚਿਆਂ ਨੂੰ ਫਿਰ ਜਦੋਂ ਉੱਤੇ ਲਿਆਣੇ ਆ, then that tent becomes a secure tent। ਉਹਦੇ ਅੰਦਰ ਸਿਕਿਉਰਿਟੀ, ਉਹਦੇ ਵਿੱਚ ਅੰਦਰ ਬੰਦਿਆਂ ਨੂੰ ਬਹੁਤ ਘੱਟ ਜਾਣ ਦਿੱਤਾ, ਬਹੁਤ ਘੱਟ, ਉਹਦੇ ਵਿੱਚ ਸਿਰਫ ਬੀਬੀਆਂ ਤੇ ਬੱਚੇ ਜਾਂ ਬਜ਼ੁਰਗ ਉੱਥੇ ਬੰਦੇ ਰੁਕਦੇ ਵੀ ਨੇ। ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਐਟ ਅ ਟਾਈਮ ਤਕਰੀਬਨ 1200 ਦਾ ਵਿੱਚ ਪ੍ਰਬੰਧ ਹੈ ਜੀ ਬੰਦੇ ਦਾ, ਐਡਾ ਵੱਡਾ ਟੈਂਟ ਆ ਉਹ। ਉਹਦੇ ਵਿੱਚ ਕੋਈ 2 ਘੰਟੇ, ਕੋਈ 4 ਘੰਟੇ, ਕੋਈ 1 ਰਾਤ, ਕੋਈ 2 ਰਾਤਾਂ ਵੀ ਰਹਿ ਸਕਦਾ ਵਾ, ਡਿਪੈਂਡੈਂਟ ਔਨ ਕਿ ਉਹਨਾਂ ਦੀ ਨੈਕਸਟ ਪ੍ਰੋਸੈਸਿੰਗ ਸਟੇਜ ਕੀ ਆ। ਉਹ ਇਦਾਂ ਹੁੰਦਾ, ਫਿਰ ਜਦੋਂ ਤੁਸੀਂ ਉੱਤੇ ਰਜਿਸਟ੍ਰੇਸ਼ਨ ਸਾਡੇ ਕੋਲ ਹੋ ਗਈ ਆ ਤੇ ਉਹਨਾਂ ਦੇ ਟੈਗ ਟੂਗ ਸਾਰਾ ਕੁਝ ਲੱਗ ਗਿਆ ਹਨਾ, ਤੇ ਫਿਰ ਉਹ ਕੋਈ ਬਾਹਰ ਨਹੀਂ ਜਾ ਸਕਦਾ ਜਦੋਂ ਤੱਕ ਅਥਾਰਟੀ ਨਾਲ ਨਹੀਂ ਹੁੰਦੀ, ਮਿਲਟਰੀ ਨਾਲ ਨਾ ਹੋਵੇ, ਪੁਲਿਸ ਨਾਲ ਨਾ ਹੋਵੇ, ਤੇ ਸਾਡੇ ਕੋਲ ਪੇਪਰ ਵਰਕ ਨਾ ਹੋਵੇ। ਉਸ ਵੇਲੇ ਉੱਥੋਂ ਕੋਈ ਫਿਰ ਅੰਦਰ ਬਾਹਰ ਨਹੀਂ ਹੋ ਸਕਦਾ। ਅੰਦਰ ਵੀ ਜਿਹੜੀ ਸਾਡੀ ਸਿਕਿਉਰਿਟੀ ਆ ਉਹ ਸਾਡੀ ਫੀਮੇਲ, ਮੈਜੋਰਿਟੀ ਫੀਮੇਲ, ਸਾਡੇ ਡੈਨਿਸ਼ ਜਿਹੜੀ ਟੀਮ ਆ ਉਹ ਹੈਡਡ ਬਾਈ ਕਵਿਤਾ ਕੁਮਾਰੀ ਉਹਨਾਂ ਦਾ ਨਾਮ ਹੈ ਜੀ, ਤੇ ਉਹਨਾਂ ਦੀ ਟੀਮ ਹੈ, ਉਹਨਾਂ ਦੀ ਡਾਟਰ ਹੈ ਯਾਸਮਿਨ, ਤੇ 18-19 ਸਾਲ ਦੀ ਕੁੜੀ ਆ ਉਹ, ਤੇ ਉਹਨਾਂ ਦੇ ਨਾਲ ਹੋਰ ਡੈਨਿਸ਼ ਟੀਮ ਆ। ਸੋ ਇਨਸਾਈਡ ਸਾਡੀ ਜਿਹੜੀ ਯੂਨਾਈਟਿਡ ਸਿੱਖ ਦੀ ਉਹ ਡੈਨਿਸ਼ ਟੀਮ ਹੈ, ਤੇ ਅੰਦਰ ਦੀ ਹਸਪਿਟੈਲਿਟੀ ਸਾਰਾ ਕੁਝ ਉਹ ਕਰਦੇ ਨੇ। ਵਿੱਚ ਹੀ ਸਾਡੀਆਂ ਮੈਡੀਕਲ ਟੀਮਾਂ ਵੀ ਆ ਉਹਦੇ ਅੰਦਰਲੇ ਪਾਸੇ ਹੀ, ਤੇ ਉਹਦੇ ਅੰਦਰਲੇ ਪਾਸੇ ਜਾਣੀ ਕਿ ਪੂਰਾ ਉੱਤੇ ਪ੍ਰਬੰਧ ਆ। ਤੇ ਫਿਰ ਜਿਹੜੀ ਅੰਦਰ ਸਿਕਿਉਰਿਟੀ ਵੀ ਉਹਨਾਂ ਦੇ ਨਾਲ ਹੁੰਦੀ ਆ, ਇੰਟਰਨਲ ਸਿਕਿਉਰਿਟੀ, ਤੇ ਫਿਰ ਐਕਸਟਰਨਲ ਸਿਕਿਉਰਿਟੀ ਜਿਹੜੀ ਸਾਡੀ ਸਰਦਾਰਾਂ ਦੀ ਹੁੰਦੀ ਆ, ਤੇ ਆਲੇ ਦੁਆਲੇ ਉੱਤੇ ਇੰਟਰਨੈਸ਼ਨਲ ਬਾਰਡਰ ਕਰਕੇ ਉਹਦੇ ਅਗਲੀ ਰਿੰਗ ਹੁੰਦੀ ਆ ਜੀ ਪੁਲਿਸ ਦੀ, ਉਹਤੇ ਜਿਹੜੀ ਆਊਟਰ ਰਿੰਗ ਹੋਣੀ ਆ ਉਹ ਹੈਗੀ ਆ ਮਿਲਟਰੀ ਦੀ। ਇੰਟਰਨੈਸ਼ਨਲ ਬਾਰਡਰ ਹੋਣ ਦੇ ਕਰਕੇ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ, ਇਹ ਇੱਕ ਬਹੁਤ ਹੀ ਖਤਰਨਾਕ ਭਿਆਨਕ ਜਿਹੀ ਸਥਿਤੀ ਬਣੀ ਹੁੰਦੀ ਆ ਜੀ ਉੱਤੇ ਬਹੁਤ ਕੁਝ ਚੱਲਦਾ। ਪਰ ਮਹਾਰਾਜ ਦੀ ਕਿਰਪਾ ਨਾਲ ਸਾਡੀ ਵਾਚ ਤੇ ਕੋਈ ਅਜਿਹਾ ਨਹੀਂ ਵਾਪਰਿਆ। ਪਰ ਜਿਹੜੀਆਂ ਗੱਲਾਂ ਸੁਣਨੇ ਦੇ, ਪੜ੍ਹਨੇ ਦੇ ਵਿੱਚ ਆਈਆਂ ਕਿ ਸਮਗਲਿੰਗ ਬਹੁਤ ਹੋ ਰਹੀ ਹੈ, ਬੀਬੀਆਂ ਦਾ ਵਪਾਰ, ਤੇ ਉਹ ਇਦਾਂ ਕਰਦੇ ਆ ਜੀ ਕਿ ਉਹ ਕਹਿ ਕੇ ਕਿ ਅਸੀਂ ਟੈਕਸੀ ਵਾਲੇ ਆ, ਅਸੀਂ ਤੁਹਾਨੂੰ ਜਰਮਨ ਲੈ ਜਾਂਦੇ ਆ, ਅਸੀਂ ਤੁਹਾਨੂੰ ਰੋਮੇਨੀਆ ਲੈ ਜਾਂਦੇ ਆ, ਜਾਂ ਸਾਡੇ ਕੋਲ ਆ ਟੈਕਸੀ ਜਾਣੀ ਜਾਂ ਬੱਸ ਜਾਣੀ, ਅਸੀਂ ਉੱਥੇ ਲੈ ਜਾਂਦੇ ਆ। ਉਹ ਉਹਨਾਂ ਚੀਜ਼ਾਂ ਨੂੰ ਫਿਰ ਅਸੀਂ ਐਜੂਕੇਸ਼ਨ ਦੇ ਨਾਲ ਉਹਨਾਂ ਲੋਕਾਂ ਨੂੰ ਦੱਸਦੇ ਹਾਂ ਕਿ ਕਿਸੇ ਵੀ ਦੇ ਨਾਲ ਨਾ ਜਾਓ। ਤੇ ਇਸੇ ਕਰਕੇ ਉਹਨਾਂ ਨੇ ਜਾਣਾ ਕਿਵੇਂ, ਸਹੀ ਵੇ ਕੀ ਆ ਉਹਨਾਂ ਦਾ? ਸਹੀ ਵੇ ਉਹਨਾਂ ਦਾ ਇਹੀ ਹੈ, ਜਿਹੜੀ ਰਜਿਸਟ੍ਰੇਸ਼ਨ ਦੀ ਆਪਾਂ ਗੱਲ ਕਰਦੇ ਸੀ ਕਿ ਸਾਡੇ ਕੋਲ ਜਦੋਂ ਪ੍ਰੋਸੈਸਿੰਗ ਦੇ ਵਿੱਚ ਆਉਂਦੇ ਆ, ਸਭ ਤੋਂ ਬਾਅਦ ਫਿਰ ਵਿਦ ਅਥਾਰਟੇਟਿਵ ਪੀਪਲ ਦੇ ਵਿਲ ਗੋ ਟੂ ਦੀ ਯੂਨਾਈਟਿਡ ਨੇਸ਼ਨਸ ਫॉर ਫਰਦਰ ਪ੍ਰੋਸੈਸਿੰਗ। ਯੂਨਾਈਟਿਡ ਨੇਸ਼ਨ ਤੇ ਫਿਰ ਉਹਨਾਂ ਨੇ ਉੱਤੇ ਦਾਖਲਾ ਲਵਾ ਕੇ ਫਿਰ ਇੱਕ ਹੋਰ ਸੈਂਟਰ ਆ ਜੀ, ਤੇ ਉਹਨੂੰ ਟੈਸਕੋ ਸੈਂਟਰ ਉੱਥੇ ਵੱਜਦਾ ਆ ਮਡੀਕਾ ਦੇ ਵਿੱਚ। ਉੱਤੇ ਫਿਰ ਉਹਨਾਂ ਨੇ ਬੱਸਾਂ ਲਾਈਆਂ ਵਾ ਉੱਥੋਂ ਯੂਨਾਈਟਿਡ ਨੇਸ਼ਨ ਦੇ ਨਾਲ, ਰੈੱਡ ਕਰਾਸ ਐਂਡ ਅਲੋਂਗ ਵਿਦ ਅਸ। ਤੇ ਸਾਡੀਆਂ ਜਿਹੜੀਆਂ ਮਿੰਨੀ ਬੱਸਾਂ ਯੂਨਾਈਟਿਡ ਸਿੱਖ ਦੀਆਂ, ਉਹ ਜਦੋਂ ਉਹਨਾਂ ਦੀ ਬੱਸ ਨਹੀਂ ਹੁੰਦੀ ਰਾਤ ਨੂੰ 2-4 ਵਜੇ, ਤੇ ਫਿਰ ਉਹ ਸਾਡੀਆਂ ਮਿੰਨੀ ਬੱਸ ਉਹਨਾਂ ਨੂੰ ਉੱਤੇ ਤੇ ਲੈ ਜਾਂਦੀ ਹੈ ਟੈਸਕੋ ਸੈਂਟਰ ਨੂੰ। ਉੱਤੋਂ ਫਿਰ ਹੁੰਦੀ ਆ ਪ੍ਰੋਸੈਸਿੰਗ ਫਿਰ ਫਾਇਦਾ ਉਹਨਾਂ ਦੇ ਮੁਲਕ ਨੂੰ, ਉਹਨੇ ਕਿਹੜੇ ਮੁਲਕ ਦੀ ਸਪਾਂਸਰਸ਼ਿਪ ਆ। ਜਿਵੇਂ ਕਿ ਯਤੀਮ ਬੱਚਿਆਂ ਦੀ ਗੱਲ ਹੁੰਦੀ ਸੀ, ਯਤੀਮ ਬੱਚੇ ਜਿੱਦਾਂ ਹੁਣ 50-60 ਦਾ ਟੋਲਾ ਸੀਗਾ, ਮੈਨੂੰ ਯਾਦ ਆ, ਉਹ ਜਰਮਨ ਗਵਰਨਮੈਂਟ ਸਪਾਂਸਰਡ ਸੀਗੇ। ਸੋ ਜਦੋਂ ਤੱਕ ਜਰਮਨ ਗਵਰਨਮੈਂਟ ਦੀ ਅਥਾਰਟੀ ਸਾਡੇ ਕੋਲ ਨਹੀਂ ਆਉਂਦੀ, ਅਸੀਂ ਉਹਨਾਂ ਬੱਚਿਆਂ ਨੂੰ ਉੱਤੋਂ ਜਾਣ ਨਹੀਂ ਦੇ ਸਕਦੇ। ਹਾਂਜੀ, ਸੋ ਜਰਮਨ ਵੀ ਤਾਂ
ਜਾਣਗੇ ਜੇ ਸਾਡੇ ਕੋਲ ਯੂਕਰੇਨ ਦੀ ਅਥਾਰਟੀ ਹੋਵੇ, ਜਿਹੜੇ ਉਧਰੋਂ ਕੱਢ ਕੇ ਲਿਆਏ ਆ ਉਹਨਾਂ ਨੂੰ, ਸਾਡੇ ਕੋਲ ਪੋਲਿਸ਼ ਅਥਾਰਟੀ ਉਹਨਾਂ ਦੇ ਵਿੱਚ ਸ਼ਾਮਲ ਹੋਵੇ ਜਿਹੜੇ ਕਿ ਵਿਟਨੈਸ ਕਰ ਰਹੇ ਆ ਰਿਲੀਜ਼ ਆਫ ਦਾ। ਸੋ ਦਿਸ ਅ ਫੁੱਲ ਪ੍ਰੋਸੈਸ, ਸਕਰੂਟਨੀ ਪ੍ਰੋਸੈਸ ਹੁੰਦਾ ਜੀ ਕਿ ਕੋਈ ਵੀ ਇੱਧਰ ਉੱਧਰ ਨਾ ਹੋ ਜਾਵੇ ਕੱਲ ਨੂੰ, ਕਿਉਂਕਿ ਇਹ ਗੱਲਾਂ ਬਹੁਤ ਫੇ ਛੇਤੀ ਹੋਣ ਲੱਗ ਪਈਆਂ ਕਿ ਆਹ ਹੋ ਗਿਆ ਜੀ, ਆਹ ਹੋ ਗਿਆ। ਸੋ ਬਹੁਤ ਵੱਡਾ ਰਿਸਪੌਂਸਿਬਿਲਿਟੀ ਦਾ ਇੱਕ ਰਿਸਪੌਂਸਿਬਿਲਿਟੀ ਦਾ, ਹਾਂਜੀ ਬਿਲਕੁਲ, ਜੇ ਸੇਵਾ ਕਰਨੀ ਆ ਉਹ ਵੀ ਉਹਦੇ ਵਿੱਚ ਵੀ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਰੱਖਣੀ ਪੈਂਦੀ ਹੈ। ਸੋ ਭਾਈ ਸਾਹਿਬ, ਜੋ ਤੁਸੀਂ ਕਹਿ ਰਹੇ ਕਿ ਬਹੁਤ ਉੱਥੇ ਮਤਲਬ ਭਿਆਨਕ ਜਿਹਾ ਮਾਹੌਲ ਹੁੰਦਾ ਆ, ਤੇ ਜਿਹੜੇ ਬਜ਼ੁਰਗ ਕਿਸ ਹਾਲਾਤ ਵਿੱਚ ਆਉਂਦੇ ਨੇ, ਜਿਵੇਂ ਤੁਸੀਂ ਕਿਹਾ ਕਿ ਬੰਦੇ ਨੇ ਜਿਹੜੇ ਉਹ ਇਦਾਂ ਦੀ ਕੌਮ ਹੈ ਯੂਕਰੇਨੀਅਨ, ਜਿਹੜੇ ਉਹ ਲੜ ਰਹੇ ਨੇ, ਉਹਨਾਂ ਦਾ ਰਾਸ਼ਟਰਪਤੀ ਵੀ ਕਹਿੰਦਾ ਕਿ ਮੈਨੂੰ ਭੱਜਣ ਦਾ ਰਾਹ ਨਾ ਦਿਖਾਓ, ਮੈਨੂੰ ਹਥਿਆਰ ਦਿਓ, ਤੁਸੀਂ ਮੈਂ ਲੜਨਾ ਚਾਹੁੰਦਾ ਹਾਂ, ਔਰ ਡਟ ਕੇ ਖੜਾ ਇੱਕ ਮੁਲਕ ਰੂਸ ਦੇ ਸਾਹਮਣੇ। ਤੇ ਮਾਨਸਿਕਤਾ, ਉਹ ਮੈਂਟਲੀ ਮਤਲਬ ਡਾਊਨ ਹੋਏ ਲੋਕ ਨੇ ਹੁਣ ਜਿਹੜੇ ਆਉਂਦੇ ਨੇ ਉੱਥੇ, ਬਾਹਰ ਜਾ ਰਹੇ ਨੇ ਮੁਲਕ ਛੱਡ ਕੇ, ਜਾਂ ਫਿਰ ਮਾਨਸਿਕ ਤੌਰ ਤੇ ਪੂਰੇ ਹੌਸਲੇ ਦੇ ਵਿੱਚ ਨੇ? ਹੌਸਲਾ ਵੀ ਉਹਨਾਂ ਦੇ ਬੁਲੰਦ ਆ ਜੀ, ਪਰ ਦੋਨੇ ਚੀਜ਼ਾਂ ਮਿਕਸਡ ਹੁੰਦੀਆਂ। ਸਾਡੇ ਕੋਲ ਉੱਤੇ ਕਈ ਸ਼ੈਲ ਸ਼ੌਕਡ ਵੀ ਆਉਂਦੇ ਨੇ ਲੋਕ ਜਿਹੜੇ ਕਿ ਟਰੋਮਾਟਾਈਜ਼ਡ ਹੁੰਦੇ ਨੇ, ਹਨਾ, ਕਿ ਇੱਕ ਬੀਬੀ ਬੱਚੇ ਦੇ ਨਾਲ, ਬੱਚਾ ਠੀਕ ਸੀਗਾ, ਬੀਬੀ ਠੀਕ ਨਾ ਸੀ, ਮੈਂਟਲੀ ਸਟੇਬਲ ਨਾ ਸੀ, ਕੁਛ ਮਾੜਾ ਜਿਹਾ ਵੀ ਖੜਕਾ ਹੁੰਦਾ ਸੀਗਾ, ਯਕਦਮ ਉਹ ਘਬਰਾ ਜਾਂਦੇ, ਹਨਾ। ਸੋ ਇਦਾਂ ਦੇ ਬਹੁਤ ਕੇਸ ਆਉਂਦੇ ਨੇ, ਪਰ ਉਹਨਾਂ ਦਾ ਜਜ਼ਬਾ ਅਲੱਗ ਆ। ਸੋ ਉਹ ਆਪਣੀ ਮਿੱਟੀ ਦੇ ਲਈ ਉਹਨਾਂ ਨੂੰ ਪਕੜਿਆ, ਉਸ ਮਿੱਟੀ ਦੀ, ਉਹ ਖਿੱਚਿਆ ਉਸ ਮਿੱਟੀ ਦੀ। ਤੇ ਕਈ ਸਿਆਣੇ ਵੀ ਉੱਥੋਂ ਨਿਕਲ ਨਹੀਂ ਰਹੇ, ਉਹਨਾਂ ਦਾ ਵੀ ਇਹੀ ਕਹਿਣਾ, ਉਹ ਕਹਿੰਦੇ ਕਿ ਸਾਨੂੰ ਇੱਥੇ ਰਹਿਣ ਦਿਓ, ਮਰਨੇ ਵਾਲੇ ਹੈਗੇ ਆ, ਇੱਥੇ ਮਰ ਜਾਵਾਂਗੇ। ਤੇ ਜਿਹੜੇ ਜਾ ਰਹੇ ਨੇ ਉਹ ਇਸ ਆਸ ਨਾਲ ਜਾ ਰਹੇ ਨੇ ਕਿ ਵਾਪਸ ਆਵਾਂਗੇ। ਹਾਂਜੀ, ਵਾਪਸ ਆਵਾਂਗੇ। ਦੇਖਣੇ 'ਚ ਵੀ ਆਉਂਦਾ ਕਿ ਕਈ ਫਿਰ ਵਾਪਸ ਜਾਂਦੇ, ਜਦੋਂ ਕੋਈ ਖਬਰ ਆਉਂਦੀ ਆ, ਕੁਝ ਹੋਰ ਹੁੰਦਾ ਆ, ਕਈ ਤੁਹਾਨੂੰ ਫਿਰ ਟੋਲੇ ਮਿਲਦੇ ਆ ਵਾਪਸ ਜਾਣ ਵਾਲੇ। ਤੇ ਵਾਪਸ ਜਾਣੇ ਵਾਲੇ ਟੋਲੇ ਉੱਥੋਂ ਦੇ ਤੁਹਾਡੇ ਕੈਂਪ ਕੋਲੋਂ ਹੀ ਲੰਘਦੇ ਨੇ? ਹਾਂਜੀ, ਉਹ ਵੀ ਕੈਂਪ ਦੇ ਵਿੱਚੋਂ ਹੀ ਉਹਨਾਂ ਨੇ ਲੰਘਣਾ, ਪਰ ਉਹ ਥੋੜੀ ਮਾਤਰਾ ਦੇ ਵਿੱਚ ਹੁੰਦੇ ਆ। ਤੇ ਕਈ ਹੁੰਦੇ ਆ ਉਧਰੋਂ ਆ ਰਹੇ ਨੇ, ਕਿਸੇ ਦੇ ਫੱਟ ਲੱਗਿਆ ਵਾ, ਕਿਸੇ ਦਾ ਕੁਛ ਹੋਇਆ ਆ, ਕਈ ਜਿਹੜੇ ਜੁਝਾਰੂ ਨੇ ਉਧਰੋਂ ਆ ਰਹੇ ਨੇ, ਤੇ ਕਈ ਇਧਰੋਂ ਉਧਰ ਨੂੰ ਜਾ ਰਹੇ ਨੇ। ਸੋ ਦਿਸ ਅ ਲੋਟ। ਤੇ ਉੱਥੇ ਮੌਸਮ ਹਲੇ ਵੀ ਠੰਡ ਦਾ ਚੱਲ ਰਿਹਾ? ਮੌਸਮ ਠੰਡ ਦਾ, ਹੁਣ ਥੋੜਾ ਜਿਹਾ ਮੌਸਮ ਠੀਕ ਹੋ ਗਿਆ ਜੀ, ਪਰ ਪਹਿਲਾਂ ਉੱਥੇ ਮੌਸਮ ਪਿਛਲੇ ਪਾਸੇ, ਹਾਂਜੀ, ਜਿਹੜਾ ਟੈਂਟ ਦੀ ਆਪਾਂ ਗੱਲ ਕਰਦੇ ਸੀ, ਉਹਨੂੰ ਰੇਜ਼ ਅਪ ਕੀਤਾ ਗਿਆ, ਫਲੋਰ ਰੇਜ਼ ਕੀਤਾ ਗਿਆ, ਫੁੱਲੀ ਸੀਲਡ ਫਲੋਰ ਕੀਤਾ ਗਿਆ। ਟੈਂਟ ਭਾਵੇਂ 에ਅਰ ਟਾਈਟ ਆ, ਪਰ ਫਿਰ ਵੀ ਠੰਡ ਇੰਨੀ, ਤਕਰੀਬਨ ਮਾਈਨਸ ਰਾਤ ਨੂੰ 10 ਤੱਕ ਤਾਂ ਅਸੀਂ ਆਪ ਦੇਖਿਆ ਜੀ, -10 ਦੇ ਪਿੱਛੇ ਫਿਰ ਵੱਡੇ 3 ਇੰਡਸਟਰੀਅਲ ਜਨਰੇਟਰ ਤੇ ਵੱਡੇ ਹੀਟਰ ਚੱਲਦੇ ਨੇ। ਐਡਾ ਵੱਡਾ ਮੂੰਹ ਹੋਊਗਾ ਜੀ ਉਹਨਾਂ ਦਾ ਪੈਪਾਂ ਦਾ, ਤਕਰੀਬਨ ਐਡਾ ਵੱਡਾ ਮੂੰਹ, ਤੇ ਉਹ 2-3 ਪੈਪ ਅੰਦਰ ਨੂੰ ਆਉਂਦੇ ਨੇ ਹਵਾ ਲੈ ਕੇ, ਗਰਮ ਹਵਾ, ਤੇ 24 ਘੰਟੇ ਉਹ ਹੀਟਿੰਗ ਉੱਤੇ ਚੱਲਦੀ ਸੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ 100 ਲੀਟਰ, ਮੇਰੇ ਖਿਆਲ ਦੇ ਵਿੱਚ ਰਾਤ ਦਾ ਤਕਰੀਬਨ $500 ਦਾ ਉਹ ਖਰਚਾ ਸਿਰਫ ਹੀਟਰਾਂ ਦਾ ਹੀ, 24 ਘੰਟਿਆਂ ਦਾ ਜੀ। ਤੇ ਕਿੰਨਾ ਕੁ ਖਰਚਾ ਹੁਣ ਤੱਕ ਹੋ ਗਿਆ ਹੋਣਾ ਜਥੇਬੰਦੀ ਦਾ, ਤੁਹਾਡੀ ਸੰਸਥਾ ਦਾ ਜੀ? ਹਜ਼ਾਰਾਂ ਦੇ ਹਿਸਾਬ ਨਾਲ ਕਹਿ ਲਈਏ ਕਿ ਇੱਕ ਮਹੀਨੇ ਦਾ ਜੇ ਲਾਈਏ ਤਾਂ $25-30 ਤਾਂ ਕਿਤੇ ਗਿਆ ਹੀ ਨਹੀਂ। ਠੀਕ ਹੈ, ਦਿਸ ਇਜ਼ ਦੀ ਵੈਰੀ ਬੇਸਿਕ, ਕਿ ਜਿਹੜਾ ਸਿਰਫ ਟੈਂਟ ਤੇ ਹੀ, ਬਾਕੀ ਜੋ ਹੋਰ ਵਸਤਾਂ ਤੁਸੀਂ ਲੈ ਰਹੇ ਹੋ, ਹਾਂਜੀ, ਲੰਗਰ ਦੇ ਮੈਡੀਸਿਨਸ ਬਹੁਤ ਮਹਿੰਗੀਆਂ, ਕਿ ਜਿਵੇਂ ਕਈ ਵੇਲੇ ਤਾਂ ਟਰੱਕਾਂ ਦੇ ਟਰੱਕ ਮਿਲ ਜਾਂਦੇ, ਛੋਟੀਆਂ ਵੈਨਾਂ ਮਿਲ ਜਾਂਦੀਆਂ ਭਰ ਕੇ ਸਮਾਨ ਦੀਆਂ। ਸਾਨੂੰ ਹੋਰ ਵੀ ਮੁਲਕ ਜਿਹੜੇ ਦੇਖਦੇ ਨੇ, ਕੋਈ ਸਪੇਨ ਤੋਂ ਆਇਆ, ਕੋਈ ਇੱਕ ਫਰੈਂਚ ਟੀਮ ਆਈ ਸੀਗੀ, ਉਹਨਾਂ ਨੇ ਸਾਡੀਆਂ ਸੇਵਾਵਾਂ ਦੇਖੀਆਂ, ਕਿਉਂਕਿ ਯੂਨਾਈਟਿਡ ਸਟੇਟਸ ਦੀਆਂ ਸੇਵਾਵਾਂ ਬਿਲਕੁਲ ਬਾਰਡਰ ਤੇ ਔਨ ਦੀ ਗਰਾਊਂਡ ਜ਼ੀਰੋ, ਕੁਛ ਹੀ ਫੁੱਟਾਂ ਦੇ ਉੱਤੇ 20 ਫੁੱਟ ਸਭ ਤੋਂ ਪਹਿਲਾਂ। ਜੀ ਬਿਲਕੁਲ, ਸਭ ਤੋਂ ਪਹਿਲਾਂ ਜਿਹੜਾ ਲੱਗਿਆ ਹੋਇਆ, ਤਸਵੀਰਾਂ ਸਾਡੇ ਦਰਸ਼ਕ ਦੇਖ ਵੀ ਰਹੇ ਨੇ। ਤੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਜਿਹੜਾ ਪ੍ਰਬੰਧ ਹੈ, ਉਹ ਸਾਰੀਆਂ ਸੰਸਥਾਵਾਂ ਪ੍ਰੋਵਾਈਡ ਕਰਵਾ ਦਿੰਦੀਆਂ, ਜਾਂ ਤੁਸੀਂ ਜਦੋਂ ਆਪ ਲੈ ਕੇ ਆਉਂਦੇ ਤਾਂ ਉਹ ਕਿੱਥੋਂ ਲੈ ਕੇ ਆਉਂਦੇ ਹੋ? ਉਹਦੇ 'ਚ ਕਿੰਨੀ ਕੁ ਮੁਸ਼ੱਕਤ ਹੁੰਦੀ ਹੈ? ਹਾਂਜੀ, ਮੁਸ਼ੱਕਤ ਬਹੁਤ ਹੁੰਦੀ ਹੈ ਜੀ। ਕਿ ਹੁਣ ਅਸੀਂ ਜਦੋਂ ਗੱਲ ਕਰਦੇ ਸੀ ਕਿ ਸਾਡੀ ਐਡਵਾਂਸ ਟੀਮ ਨੇ, ਹਰਦਿਆਲ ਸਿੰਘ ਹੋਣੀ ਜਦੋਂ ਪਹਿਲੇ ਹਫਤੇ ਗਏ ਨੇ, ਉਹਨਾਂ ਨੇ ਸਾਰਾ ਵੇਰਵਾ ਲਿਆ, ਉਹਨਾਂ ਨੇ ਸਾਰੀ ਰੈਕੀ ਕੀਤੀ ਤੇ ਸਾਨੂੰ ਦੱਸਿਆ, UK ਟੀਮ ਨੂੰ, ਕਿਉਂਕਿ ਸਾਡੇ ਕੋਲ ਉੱਥੇ ਸਮਾਨ ਕਾਫੀ ਹੁੰਦਾ ਆ। ਜਿਹੜੀ ਐਮਰਜੈਂਸੀ ਰਿਸਪੌਂਸ ਟੀਮ ਆ, ਉਹ ਫॉर ਯੂਰਪ, ਉਹ UK ਟੀਮ ਹੀ ਆ। ਤੇ ਉਸ ਵੇਲੇ ਉਹਨਾਂ ਨੇ ਦੱਸਿਆ ਕਿ ਸਾਨੂੰ ਜਨਰੇਟਰਸ ਚਾਹੀਦੇ ਨੇ ਇਮੀਡੀਏਟਲੀ, ਸਾਨੂੰ ਵਾਟਰ ਪੰਪ ਚਾਹੀਦੇ ਨੇ ਇੱਥੇ, ਸਾਨੂੰ ਰੇਡੀਓ ਕਮਿਊਨੀਕੇਸ਼ਨਸ ਚਾਹੀਦੀ ਆ, ਸਾਨੂੰ ਇੱਥੇ ਕੱਪੜਿਆਂ ਦੀ ਲੋੜ ਆ, ਸਾਨੂੰ ਹੋਰ ਡਰਾਈ ਰਾਸ਼ਨ ਦੀ ਲੋੜ ਆ, ਤੇ ਸਾਨੂੰ ਟੈਂਟਾਂ ਦੀ ਲੋੜ ਆ। ਵੱਡੇ ਟੈਂਟ ਤਾਂ ਲੱਗ ਗਏ, ਸਾਨੂੰ ਛੋਟੇ ਟੈਂਟ ਜਿਹੜੇ ਕਿ ਸਟੋਰੇਜ ਦੇ ਲਈ, ਸਾਨੂੰ ਉਹਨਾਂ ਦੀ ਲੋੜ ਆ। ਫਿਰ ਅਸੀਂ ਦਾਸ ਆਪ ਖੁਦ ਸੀਗੀ, ਤੇ ਮੇਰੇ ਨਾਲ ਇੱਕ ਹੋਰ ਸਿੰਘ ਸੀਗਾ ਡਰਬੀ ਤੋਂ ਹੀ, ਸਰਦਾਰ ਭਗਵੀਰ ਸਿੰਘ, ਤੇ ਅਸੀਂ ਦੋਨੇ ਜਾਣੇ, ਸਾਨੂੰ 38.5 ਘੰਟੇ ਲੱਗੇ ਉੱਥੇ ਪਹੁੰਚਣੇ ਨੂੰ, ਲਗਾਤਾਰ ਤਕਰੀਬਨ ਲਗਾਤਾਰ 2-2 ਘੰਟੇ ਜਾਂ ਘੰਟਾ ਖੜਦਿਆਂ ਨੂੰ। ਕਦੇ ਡਰਾਈਵਰ ਉਹ ਡਰਾਈਵ ਕਰਦੇ ਸੀ, ਕਦੇ ਦਾਦਾ ਆਪ ਡਰਾਈਵ ਕਰਦਾ ਸੀ। 38 ਘੰਟਿਆਂ ਦੇ ਵਿੱਚ ਸਾਰਾ ਯੂਰਪ ਕ੍ਰੋਸ ਕਰਕੇ ਸਾਨੂੰ ਉਹਨਾਂ ਦੇ ਕੋਲ, ਕਿਉਂਕਿ ਪਹੁੰਚਣਾ ਬਹੁਤ ਜ਼ਰੂਰੀ ਸੀਗਾ। ਇਹ ਅੱਜ ਤੋਂ
3-4 ਹਫ਼ਤੇ 3.5 ਹਫ਼ਤਿਆਂ ਦੀ ਗੱਲ ਹੈ ਜੀ, ਜਦੋਂ ਅਸੀਂ ਮੇਰੇ ਖਿਆਲ 'ਚ 9 ਤਰੀਕ ਨੂੰ ਅਸੀਂ ਉਹਨਾਂ ਦੇ ਕੋਲ ਪਹੁੰਚ ਗਏ ਸੀ। ਲੜਾਈ ਸ਼ੁਰੂ ਹੁੰਦੀ ਹੈ ਤਕਰੀਬਨ 24 ਤਰੀਕ ਨੂੰ, ਹਰਦਿਆਲ ਸਿੰਘ ਹੁਣੀ ਉੱਥੇ ਪਹੁੰਚਦੇ ਆ ਤਕਰੀਬਨ 5-4 ਦਿਨਾਂ ਦੇ ਵਿੱਚ ਉਹ ਪਹੁੰਚ ਜਾਂਦੇ ਆ। ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਰੈਕੀ ਵਿੱਚ 7 ਦਿਨਾਂ ਦੇ ਸਾਰਾ ਕੁਝ ਕੰਪਲੀਟ ਕਰਕੇ ਉਹਨਾਂ ਨੇ ਲਿਸਟਿੰਗ ਸਾਨੂੰ ਦੇ ਦਿੱਤੀ। ਸਾਨੂੰ ਇੰਸਟਰਕਸ਼ਨਾਂ ਮਿਲ ਗਈਆਂ ਕਿ ਹੁਣ ਲੌਜਿਸਟਿਕਲ ਸਪਲਾਈਜ਼ ਸਾਨੂੰ ਇਮੀਡੀਏਟਲੀ ਉਹਦਾ ਅਨਾਇਤ ਕੀਤੀਆਂ ਜਾਣ। ਤੇ ਫਿਰ ਜਦੋਂ ਜਨਰੇਟਰ ਲੈ ਕੇ ਆਣੇ ਆ, ਕਿਉਂਕਿ ਰੇਡੀਓ ਕਮਿਊਨੀਕੇਸ਼ਨ ਦੀ ਬਹੁਤ ਲੋੜ ਆ। ਸੈਲਰ ਸਿਸਟਮ ਕਈ ਵੇਲੇ ਨਹੀਂ ਚੱਲਦੇ ਨੇ, ਪਰ ਕਈ ਵੇਲੇ ਉੱਤੇ ਨਹੀਂ ਚੱਲਦੇ। ਤੇ ਜਿਹੜਾ ਮੋਬਾਈਲ ਇੰਟਰਨੈਟ ਕਮਿਊਨੀਕੇਸ਼ਨ ਹੈ ਉਹ ਉੱਥੇ ਉਹਦੀ ਪ੍ਰੋਬਲਮ ਤਾਂ ਨਹੀਂ ਆਉਂਦੀ? ਪ੍ਰੋਬਲਮ ਆਉਂਦੀ ਆ, ਹਾਂਜੀ, ਕਿਉਂਕਿ ਟਾਵਰ ਮਿਕਸ ਅਪ ਹੁੰਦੇ ਆ। ਇੱਕ ਪਾਸੇ ਯੂਕਰੇਨ ਦਾ ਬਾਰਡਰ ਆ ਤੇ ਉਧਰ ਪੋਲੈਂਡ ਦਾ ਬਾਰਡਰ ਆ। ਕਈ ਵੇਲੇ ਫਿਰ ਉਹਦੇ ਕਰਕੇ ਦਿੱਕਤ ਆ ਜਾਂਦੀ ਹੈ। ਕਈ ਵੇਲੇ ਤੁਸੀਂ ਯੂਕਰੇਨ ਨਾਲ ਜੁੜ ਜਾਂਦੇ ਆ, ਕਈ ਵੇਲੇ ਪੋਲੈਂਡ ਦੇ ਨਾਲ ਜੁੜ ਜਾਂਦੇ ਆ, ਤੇ ਫਿਰ ਜਾਂ ਕਈ ਵੇਲੇ ਫਿਰ ਮਿਲਟਰੀ ਆਪਣੇ ਦੇ ਲਈ ਹੀ ਉਹ ਸਾਰਾ ਕੁਝ ਕੱਟ ਕਰ ਦਿੰਦੀ ਹੈ। ਇਸੇ ਕਰਕੇ ਸ਼ਾਇਦ ਅਸੀਂ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੁਹਾਡੇ ਵਲੰਟੀਅਰਸ ਦੇ ਨਾਲ। ਉਹ ਸਾਨੂੰ ਇਹੀ ਜਵਾਬ ਮਿਲਿਆ ਸੀ ਕਿ ਇੰਟਰਨੈਟ ਕਨੈਕਸ਼ਨ ਕਰਕੇ ਨਹੀਂ ਹੋ ਪਾਉਂਦਾ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ। ਬਹੁਤ ਹੈ ਜੀ। ਸੋ ਭਾਈ ਸਾਹਿਬ, ਹੁਣ ਕਿੰਨਾ ਟਾਈਮ, ਤੁਹਾਨੂੰ ਕੀ ਲੱਗਦਾ ਉੱਥੋਂ ਦੇ ਹਾਲਾਤ ਤੁਸੀਂ ਦੇਖਦੇ ਹੋ ਕਿ ਕਿੰਨਾ ਟਾਈਮ ਇਹ ਹਾਲਾਤ ਚੱਲਣਗੇ ਹਲੇ? ਦੇਖੋ ਜੀ, ਜਦੋਂ ਜੰਗ ਲੱਗਦੀ ਆ, ਇਹ ਤਾਂ ਸਰਕਾਰਾਂ ਦੀ ਮਨਸ਼ਾ ਹੀ, ਉਹਨਾਂ ਨੂੰ ਆਪ ਹੀ ਪਤਾ ਹੋਊਗਾ ਕਿ ਕਿੰਨਾ ਟਾਈਮ। ਅਸੀਂ ਤਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਹਾਲੇ ਕੁਛ ਇਹਦਾ ਰੁਕਣ ਦਾ ਹੈ ਨਹੀਂ। ਹਾਲੇ ਕੋਈ ਰੁਕਣ ਦੇ ਹਾਲਾਤ ਸਾਨੂੰ ਲੱਗਦੇ ਨਹੀਂ। ਕੋਈ ਅਜਿਹੀ ਇੰਡੀਕੇਸ਼ਨ ਨਹੀਂ ਹੋਈ ਕਿ ਸਾਨੂੰ ਪਵੇ ਕਿ ਹਫ਼ਤੇ ਨੂੰ ਮੁੱਕ ਜਾਣੀਆਂ, 2 ਹਫ਼ਤੇ ਨੂੰ ਮੁੱਕ ਜਾਣੀਆਂ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਉੱਧਰ ਬੰਬਾਰਡਮੈਂਟ ਕਈ ਵੇਲੇ ਹੋ ਜਾਂਦੀ ਆ। ਖਾਰਕੀਵ ਦੀ ਆਪਾਂ ਗੱਲ ਕਰਦੇ ਸੀ ਜੀ, ਸਾਡੇ ਯੂਨਾਈਟਿਡ ਸਿੱਖ ਦੀਆਂ ਆਪਣੇ 2 ਵਹੀਕਲ ਉੱਧਰ ਤਬਾਹ ਹੋਏ ਆ ਖਾਰਕੀਵ ਦੇ ਵਿੱਚ। ਨਵੇਂ ਟੈਂਟ ਉੱਧਰ ਨੂੰ ਗਏ ਸਨ, ਕਈ $100 ਦੇ ਵੱਡੇ ਟੈਂਟ ਸਨ। ਦੂਏ ਦਿਨ ਹੀ ਉਹਦੇ ਤੇ ਸ਼ਰਾ ਲੱਗਦਾ, ਉੱਧਰ ਮਿਸਾਈਲ ਅਟੈਕ ਹੋਇਆ ਸੀਗਾ ਇੱਕ ਏਅਰਪੋਰਟ ਤੇ, ਉਹਦੇ ਤੇ ਸ਼ਰਾ ਵੱਜਿਆ ਤੇ ਉਹਨੂੰ ਅੱਗ ਲੱਗ ਗਈ ਗੱਡੀ ਨੂੰ ਕੋਲੋਂ ਲੰਘਦੀ ਨੂੰ, ਤੇ ਉਹ ਵੀ ਸਾਰਾ ਕੁਝ ਤਬਾਹ ਹੋ ਗਿਆ ਤੇ ਜਾਨਾਂ ਉਹਨਾਂ ਦੀਆਂ ਬਚ ਗਈਆਂ। ਸਾਡੀ ਟੀਮ ਮਤਲਬ ਐਕਸੀਡੈਂਟਲੀ ਹੋਇਆ, ਉਹ ਕਿਸੇ ਨੇ ਫੋਕਸ ਕਰਕੇ ਜਾਣਬੁੱਝ ਕੇ ਨਹੀਂ, ਪਰ ਕਲੋਜ਼, ਕਿਉਂਕਿ ਤੁਸੀਂ ਉਸ ਇਲਾਕੇ ਚੋਂ ਤੁਸੀਂ ਉਸ ਸਿਰਫ ਲੰਘ ਨਹੀਂ ਰਹੇ, ਤੁਸੀਂ ਉੱਥੇ ਸਰਵ ਕਰ ਰਹੇ ਆ ਜੀ, ਕਿਉਂਕਿ ਉੱਤੇ ਬਹੁਤ ਲੋੜ ਆ। ਉੱਤੇ ਰਾਸ਼ਨਾਂ ਦੀ ਬਹੁਤ ਲੋੜ ਆ। ਖਾਰਕੀਵ ਦੇ ਵਿੱਚ ਬੰਕਰਾਂ ਦੇ ਬੰਕਰ 4-4, 5-500 ਨਿਆਣਾ ਬੰਕਰਾਂ ਦੇ ਵਿੱਚ ਆ ਜੀ। ਉੱਤੇ ਵਿਚਾਰੇ ਬ੍ਰਿਡਾਂ ਨੂੰ ਤਰਸੇ ਹੋਆ। ਬਿਲਕੁਲ। ਤੇ ਉੱਥੇ ਆਪਣੀਆਂ ਟੀਮਾਂ ਹੈਗੀਆਂ ਨੇ ਉੱਥੇ ਆਪਣੀ ਖਾਰਕੀਵ ਦੇ ਵਿੱਚ ਪਹੁੰਚਾਉਣ ਦੇ ਵਿੱਚ? ਹਾਂਜੀ, ਕੱਲੇ ਖਾਰਕੀਵ ਜਾਂ ਬਾਕੀ ਸ਼ਹਿਰਾਂ ਦੇ ਵਿੱਚ? ਕਿਉਂਕਿ ਬਹੁਤ ਸਾਰੇ ਸ਼ਹਿਰ ਨੇ, ਲਵੀਵ ਵਰਗੇ, ਉੱਥੇ ਵੀ ਹੁਣ ਲੋਕਾਂ ਦੇ ਮਤਲਬ ਮਾਰੀਓਪੋਲ ਸ਼ਹਿਰ ਹੈਗਾ ਜਿਹੜਾ, ਉੱਥੇ ਮਤਲਬ ਲੋਕਾਂ ਨੂੰ ਖਾਣਾ ਪੀਣਾ ਔਖਾ ਹੋਇਆ ਪਿਆ। ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਟੁੱਟ ਗਈਆਂ ਨੇ, ਸੰਪਰਕ ਟੁੱਟ ਗਿਆ। ਤਾਂ ਉੱਥੇ ਆਪਣੀਆਂ ਟੀਮਾਂ ਜਾ ਰਹੀਆਂ ਨੇ। ਅਸੀਂ ਜਿਹੜੇ ਇਲਾਕੇ ਖਾਰਕੀਵ ਟੀਮ ਉੱਥੇ ਬੇਸਡ ਆ, ਕਿਉਂਕਿ ਦੈਟਸ ਦੀ ਫਰਦੈਸਟ ਦਾ ਯੂ ਕੈਨ ਗੋ। ਠੀਕ ਹੈ। ਉੱਥੇ ਆਪਣੀ ਟੀਮ ਆਲਰੇਡੀ ਬੇਸਡ ਆ। 4-5 ਸਾਡੇ ਸਿੰਘ ਉੱਧਰ ਨੇ। ਸਰਦਾਰ ਨਿਹਾਲ ਸਿੰਘ ਉਹਨਾਂ ਦਾ ਨਾਮ ਆ ਜੀ, ਡਾਕਟਰ ਨਿਹਾਲ ਸਿੰਘ। ਬਾਈ ਪ੍ਰੋਫੈਸ਼ਨ ਉਹ ਡਾਕਟਰ ਆ, ਤੇ ਉਹ ਮਤਲਬ ਉੱਧਰ ਹੀ ਰਹਿੰਦੇ ਨੇ। ਉੱਧਰ ਹੀ ਰਹਿੰਦੇ ਆ, ਹਾਂਜੀ। ਉਹ ਉੱਧਰੋਂ ਆਉਣਾ ਵੀ ਨਹੀਂ ਸੀ ਚਾਹੁੰਦੇ। ਉਹ ਕਹਿੰਦੇ ਕਿ ਮੈਂ ਆਪਣੇ ਲੋਕਾਂ ਨੂੰ ਕਿਵੇਂ ਛੱਡ ਕੇ ਆਵਾਂ। ਉਹ ਜਜ਼ਬਾ ਉਹਨਾਂ ਬੰਦਿਆਂ ਦੇ ਵਿੱਚ ਵੀ ਆ, ਹਨਾ, ਕਿ ਸਾਡੇ ਆਪਣੇ ਵੀ ਜਿਹੜੇ ਉਸ ਧਰਤੀ ਦਾ ਜਿਹਨਾਂ ਨੇ ਪਾਣੀ ਪੀਤਾ, ਕਹਿੰਦੇ ਯਾਰ ਅਸੀਂ ਛੱਡ ਨਹੀਂ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ। ਇੱਥੇ ਸਾਡੀ ਲੋੜ ਹੈ, ਹਾਂਜੀ, ਛੱਡਣਾ ਵੀ ਨਹੀਂ ਬਣਦਾ। ਉਹ ਕਹਿੰਦੇ ਕਿ ਸਾਨੂੰ ਸਮਾਨ ਭੇਜੋ, ਸਾਨੂੰ ਰਾਸ਼ਨ ਭੇਜੋ, ਸਾਨੂੰ ਕਮਿਊਨੀਕੇਸ਼ਨਸ ਭੇਜੋ, ਸਾਨੂੰ ਜਨਰੇਟਰ ਭੇਜੋ, ਜੋ ਵੀ ਕੁਛ ਉਹਨਾਂ ਨੂੰ। ਫਿਰ ਅਸੀਂ ਸਪਲਾਈ ਲਾਈਨਾਂ ਸ਼ੁਰੂ ਕੀਤੀਆਂ ਜੀ। ਸੋ ਜਿਵੇਂ ਕੈਂਪ ਨਲੂਆ ਤੋਂ, ਮਡੀਕਾ ਬਾਰਡਰ ਤੋਂ, ਪੋਲੈਂਡ ਤੋਂ, ਸੋ ਸਾਡਾ ਮੇਨ ਬੇਸ ਕੈਂਪ ਉਹ ਆ। ਫਿਰ ਉੱਤੋਂ ਜਾਂਦਾ ਇੱਕ ਹੋਲਡਿੰਗ ਸਕੂਲ ਆ ਜੀ, 20 ਕਿਲੋਮੀਟਰ। ਉਸ ਸਕੂਲ ਤੋਂ ਬਾਅਦ ਫਿਰ ਜਿਹੜਾ ਸਾਡਾ ਵੇਅਰ ਹਾਊਸ ਆ, ਉੱਤੋਂ ਫਿਰ ਲਵੀਵ, ਉੱਤੇ ਨੂੰ ਸਾਡੇ ਨੋਰਮਲ ਰਨਸ ਨੇ। ਤੇ ਲਵੀਵ ਤੋਂ ਜਿਹੜਾ ਮਾਰੀਪੋਲ, ਤੁਸੀਂ ਸਿਟੀ ਦਾ ਨਾਮ ਵੀ ਲੈਂਦੇ ਆ, ਹਨਾ। ਸੋ ਉਹਨਾਂ ਇਲਾਕਿਆਂ ਦੇ ਵਿੱਚ ਸਪਲਾਈ ਚੇਨ, ਹਾਂਜੀ। ਹੋਰ ਨਾ ਕਈ ਵੇਲੇ ਫਿਰ ਸਾਨੂੰ ਹੋਰਨਾਂ ਆਰਗੇਨਾਈਜੇਸ਼ਨਾਂ ਦੇ ਨਾਲ, ਜਾਂ ਯੂਨਾਈਟਿਡ ਨੇਸ਼ਨ ਹੋ ਗਿਆ, ਰੈੱਡ ਕਰਾਸ ਹੋ ਗਿਆ, ਜਾਂ ਹੋਰ ਆਰਗੇਨਾਈਜੇਸ਼ਨਾਂ ਜਿਨ੍ਹਾਂ ਨੇ ਪ੍ਰਾਈਵੇਟਲੀ ਸਾਡੇ ਕੰਮ ਦੇਖ ਕੇ ਉਹ ਕਹਿੰਦੇ ਕਿ ਸਾਡੇ ਕੋਲ ਟਰੱਕ ਹੈ ਜੀ, ਸਾਡੇ ਟਰੱਕ ਭਰ ਲਓ। ਮਤਲਬ ਇੱਕ ਦੂਜੇ ਦੇ ਸਹਿਯੋਗ ਨਾਲ ਸਾਰੀਆਂ ਚੱਲ ਰਹੀਆਂ ਨੇ। ਤੇ ਭਾਈ ਸਾਹਿਬ, ਬਾਰਡਰ ਦੇ ਉੱਤੇ ਯੂਕਰੇਨ ਦੀ ਜਿਹੜੀ ਮਿਲਟਰੀ ਤੈਨਾਤ ਹੈ, ਉਹਨਾਂ ਦਾ ਕੀ ਰਵੱਈਆ ਹੈ ਤੁਹਾਡੇ ਨਾਲ ਪੋਲੈਂਡ ਜਾਂ ਫਿਰ ਯੂਕਰੇਨ? ਮਹਾਰਾਜ ਦੀ ਕਿਰਪਾ ਪੂਰੀ, ਕਿਉਂਕਿ ਉਹ ਤੁਸੀਂ ਇਹ ਦੇਖ ਲਓ ਕਿ ਜਦੋਂ ਅਸੀਂ ਲੰਘਦੇ ਹਾਂ, ਅਸੀਂ ਜਦੋਂ ਯੂਕੇ ਦੀ ਟੀਮ, ਮੈਂ ਤੁਹਾਨੂੰ ਆਪਣਾ ਹੀ ਦੱਸ ਦੇਵਾਂ ਜੀ, ਕਿ ਜਦੋਂ ਜਿਹੜੇ ਬੰਦੇ ਦੇ ਨਾਲ ਆਪਣਾ ਤੁਹਾਡਾ ਹਨਾ ਜੋ ਹੱਡ ਬੀਤੀ ਹੁੰਦੀ ਆ, ਜਾਂ ਅੱਖੀਂ ਡਿੱਠਾ ਹਾਲ ਹੁੰਦਾ, ਅਸੀਂ ਯੂਕੇ ਦੀ ਟੀਮ ਲੈ ਕੇ ਹਾਜ਼ਰ ਹੁੰਦੇ ਹਾਂ ਉੱਥੇ ਪਹਿਲੇ ਦਿਨ। ਤੇ ਜੈਕਟਾਂ ਪਾਈਆਂ, ਸਾਰਾ ਕੁਝ। ਲੋਕ ਸਾਨੂੰ ਦੇਖ ਕੇ ਤਾੜੀਆਂ ਮਾਰ ਕੇ ਸਾਡਾ ਸਵਾਗਤ ਕਰ ਰਹੇ ਸਨ, ਚੀਅਰਿੰਗ ਕਰ ਰਹੇ ਸਨ, ਕਿ ਇੰਨਾ ਉਹਨਾਂ ਦਾ ਵਿਸ਼ਵਾਸ ਪਵੇ ਕਿ ਇਹ ਸਿੰਘ ਆ ਗਏ ਨੇ, ਇਹ ਦਮਾਲੇ ਦਾੜਿਆਂ ਵਾਲੇ, ਇਹ ਹੁਣ ਕੁਝ ਕਰਨਗੇ। ਇੰਨੀ ਆਸ ਉਹਨਾਂ ਨੂੰ। ਸਾਡੇ ਲੰਗਰ ਆਲਰੇਡੀ ਉੱਧਰ ਵੱਡੇ ਟੈਂਟ ਐਕਸਟ੍ਰੈਕਸ਼ਨਾਂ ਆਲਰੇਡੀ ਚੱਲ ਰਹੀਆਂ ਸਨ, ਵੱਡੇ ਟੈਂਟ ਲੱਗੇ ਹੋ ਸਨ, ਹਨਾ। ਤੇ ਉਹਨਾਂ ਨੇ ਦੇਖਿਆ ਕਿ ਇਨਫੋਰਸਮੈਂਟ ਆ ਰਹੀ ਆ, ਤੇ ਉਸ ਖੁਸ਼ੀ ਦੇ ਵਿੱਚ ਉਹਨਾਂ ਨੇ, ਜਦੋਂ ਅਸੀਂ ਬਾਰਡਰ ਤੇ ਜਾਂਦੇ ਆ, ਕੋਈ ਰੋਕ ਟੋਕ ਨਹੀਂ। ਸ਼ਸਤਰ ਸਾਰੇ ਸਾਡੇ ਇਸੇ ਤਰ੍ਹਾਂ ਹੁੰਦੇ ਆ, ਕਿਉਂਕਿ ਲੜਾਈ ਦਾ ਮਾਹੌਲ ਆ, ਤੇ ਉੱਥੇ ਕੁਝ ਵੀ ਹੋ ਸਕਦਾ। ਉੱਥੇ ਤੁਹਾਨੂੰ
ਕਿਸੇ ਨੇ ਕੁਝ ਕਰ ਦਿੱਤਾ, ਕੁਝ ਨਹੀਂ ਜੀ ਪਤਾ ਲੱਗਣਾ। ਉੱਤੇ ਰਾਤਾਂ ਨੂੰ ਵੀ ਅਸੀਂ ਸਾਰੀ ਰਾਤ ਉੱਥੇ ਹੁੰਨੇ ਆ, ਤੇ ਕਿਤੇ ਕੁਝ ਹੋ ਜਾਵੇ, ਕੋਈ ਅਪੀਲ ਦੀ ਲੀਡ, ਕੁਝ ਨਹੀਂ ਹੈਗਾ ਉੱਤੇ। ਇਟਸ ਜਸਟ ਸੋ ਹਾਰਡ, ਸੋ ਡਿਫਿਕਲਟ, ਸੋ ਸਕੈਰੀ, ਹੈ ਨਾ। ਸੋ ਯੂ ਨੀਡ ਟੂ ਬੀ ਪ੍ਰੀਪੇਅਰਡ, ਕਿ ਖਾਲਸਾ ਤਾਂ ਹਮੇਸ਼ਾ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਤਿਆਰ ਬਰ ਤਿਆਰ ਰਹਿੰਦਾ। ਬਾਰਡਰ ਕ੍ਰਾਸਿੰਗ ਦੇ ਵਿੱਚ ਉਹ ਸਾਨੂੰ ਆਪਣੇ ਆਪ ਹੀ ਦਰਵਾਜ਼ੇ ਖੋਲ ਦਿੰਦੇ ਆ। ਜਦੋਂ ਅਸੀਂ ਸਮਾਨ ਵੀ ਉੱਪਰ ਨੂੰ ਲੈ ਕੇ ਜਾਣਾ ਹੁੰਦਾ, ਹੁਣ ਜਾਂ ਤਾਂ ਉੱਧਰ ਗੱਡੀ ਰਿਵਰਸ ਕਰਕੇ ਬਾਰਡਰ ਤੇ ਲਾਈਏ, ਤੇ ਜਾਂ ਗੱਡੀ ਅੰਦਰ ਜਾਵੇ। ਕਈ ਵੇਲੇ ਫਿਰ ਇਦਾਂ ਹੁੰਦਾ ਜੀ ਕਿ ਜੇ ਗੱਡੀ ਅੰਦਰ ਚਲੇ ਗਈ, ਉਹ ਤੁਹਾਡੀਆਂ ਵੱਡੇ ਟਰੱਕ ਹੁੰਦੇ ਆ, ਵੱਡੀ ਵੈਨ ਆ ਫੋਰ ਐਗਜ਼ਾਮਪਲ, ਜਿਹਦੇ ਵਿੱਚ ਜਨਰੇਟਰ ਲਿਆਂਦੇ ਸੀ UK ਵਾਲੀ, ਅਸੀਂ ਬਿਗ ਟਾਰਗੇਟ, ਹੈ ਨਾ। ਤੇ ਜੇ ਤੁਸੀਂ ਕਿਤੇ ਲੰਘ ਰਹੇ ਆ, ਹੁਣ ਉਹ ਨਾ ਤਾਂ ਯੂਕਰੇਨ ਦੇ ਨੂੰ ਪਹਿਲਾਂ ਪਤਾ ਹੋਣਾ, ਨਾ ਹੀ ਰਸ਼ੀਅਨ ਨੂੰ ਪਤਾ ਹੋਣਾ ਆ, ਇਹ ਤਾਂ ਹਿਊਮੈਨਿਟੇਰੀਅਨ ਮਿਸ਼ਨ ਵਾਲੇ ਆ, ਹਨਾ। ਦੇ ਡੋਨਟ ਨੋ ਦੈਟ, ਸੋ ਯੂ ਆਰ ਅ ਬਿਗਰ ਟਾਰਗੇਟ। ਸੋ ਉਹਦੇ ਲਈ ਫਿਰ ਛੋਟੇ ਵਹੀਕਲਸ ਵਰਤੇ ਜਾਂਦੇ ਆ, ਜਾਂ ਫਿਰ ਪੈਦਲ ਚੱਲ ਕੇ ਜਿਹੜੀ ਬਾਰਡਰ ਕ੍ਰਾਸਿੰਗ ਉਹ ਸਾਨੂੰ ਈਜ਼ੀ ਹੁੰਦੀ ਆ ਕਿ ਦੂਸਰੇ ਪਾਸੇ ਸਮਾਨ ਪਹੁੰਚਾਉਣ ਦੇ ਲਈ ਬਾਰਡਰ ਤੇ ਅਸੀਂ ਉੱਧਰ ਫਿਰ ਸਮਾਨ ਪਹੁੰਚਾਣੇ। ਜਦੋਂ ਅਸੀਂ ਜਾਂਦੇ ਆ, ਬਾਰਡਰ ਫੋਰਸ ਬੜੇ ਵਧੀਆ ਟਰੀਟ ਕਰਦੇ ਆ ਜੀ। ਉਹਨਾਂ ਨੂੰ ਪਤਾ ਆ ਸਾਡੇ ਹੁਣ ਜੋ ਪਹਿਰਾਵੇ ਦੇਖ ਕੇ, ਖਾਲਸੇ ਦੀ ਵਿਲੱਖਣਤਾ ਦੇਖ ਕੇ, ਤੇ ਉਹ ਇਸ ਚੀਜ਼ ਦੀ ਰਿਸਪੈਕਟ ਕਰਦੇ ਆ। ਬੜੀ ਚੰਗੀ ਗੱਲ ਹੈ। ਪਰ ਆਪਾਂ ਜਿਵੇਂ ਦੇਖਦੇ ਹਾਂ ਵੀਰ ਜੀ ਕਿ ਪੂਰੀ ਦੁਨੀਆ ਦੇ ਵਿੱਚ ਸਾਡੇ ਪਹਿਰਾਵੇ ਨੂੰ ਟਾਰਗੇਟ ਇੱਕ ਨੈਗੇਟਿਵ ਤਰੀਕੇ ਦੇ ਨਾਲ ਵੀ ਕੀਤਾ ਜਾਂਦਾ ਹੈ। ਕੋਈ ਇਹੋ ਜਿਹੀ ਸਮੱਸਿਆ ਤਾਂ ਨਹੀਂ ਆਉਂਦੀ ਕਿ ਜਿਹੜੇ ਆਮ ਲੋਕ ਨੇ, ਤੁਸੀਂ ਦੱਸਿਆ ਕਿ ਉਹਨਾਂ ਨੂੰ ਪਤਾ ਹੈ ਕਿ ਨਿਸ਼ਾਨ ਝੂਲ ਰਿਹਾ, ਸਿੱਖ ਨੇ, ਸਾਡੀ ਮਦਦ ਹੀ ਕਰਨਗੇ, ਜ਼ਿਆਦਾਤਰ ਲੋਕਾਂ ਨੂੰ ਇਹੀ ਹੁੰਦਾ। ਕਦੇ ਕੋਈ ਉੱਥੇ ਹੁਣ ਸੇਵਾ ਦੇ ਦਰਮਿਆਨ ਕੋਈ ਇਹੋ ਜਿਹਾ ਵਾਕਿਆ ਤਾਂ ਨਹੀਂ ਹੋਇਆ ਸਾਹਮਣੇ ਕਿ ਆਪਣੇ ਪਹਿਰਾਵੇ ਨੂੰ ਦੇਖ ਕੇ ਤੁਹਾਨੂੰ ਕੋਈ ਟਾਰਗੇਟ ਕੀਤਾ ਗਿਆ ਹੋਵੇ ਕਿਸੇ ਵੱਲੋਂ ਵੀ? ਲੋਕਾਂ ਨੂੰ ਚਾਅ ਚੜ੍ਹਦਾ ਜੀ ਉਹਨਾਂ ਨੂੰ ਜਦੋਂ ਦੇਖਦੇ ਆ, ਕਿਉਂਕਿ ਉੱਥੇ ਬਹੁਤ ਕਮਿਊਨਿਟੀਆਂ ਇਨਵੋਲਵ ਆ, ਬਹੁਤ ਜਾਣੇ ਮਦਦਾਂ ਕਰ ਰਹੇ ਨੇ। ਪਰ ਜਿਹੜੀ ਖਾਲਸੇ ਦੀ ਵਿਲੱਖਣਤਾ, ਖਾਲਸੇ ਦੀ ਪਰੰਪਰਾ ਤੇ ਜੋ ਰੀਤ ਰਿਵਾਜਾਂ ਦੇ ਮੁਤਾਬਕ ਅਸੀਂ ਸਾਰਾ ਕੁਝ ਕਰ ਰਹੇ ਹਾਂ, ਨਿਸ਼ਾਨ ਸਾਹਿਬ ਦੇ ਝੂਲਦੇ, ਨਿਸ਼ਾਨ ਸਾਹਿਬ ਦੇ ਥੱਲੇ ਸਾਰੀਆਂ ਸੇਵਾਵਾਂ ਹੋ ਰਹੀਆਂ, ਸਾਡੇ ਨਾਲ ਅਜਿਹਾ ਕੁਝ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਵਾਂ। ਇੱਕ ਕੁੜੀ ਆਈ ਉੱਧਰੋਂ, ਤਕਰੀਬਨ 28-30 ਸਾਲ ਦੀ ਕੁੜੀ ਹੋਗੀ, ਉਹ ਯੂਕਰੇਨੀਅਨ ਕੁੜੀ। ਲੈਂਗੁਏਜ ਦੀ ਬਹੁਤ ਪ੍ਰੋਬਲਮ ਹੈ ਜੀ ਉੱਥੇ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇੰਗਲਿਸ਼ ਆਉਂਦੀ ਆ, ਬਹੁਤ ਘੱਟ ਲੋਕਾਂ ਨੂੰ। ਤੇ ਸਾਡੀਆਂ ਫਿਰ ਟੀਮਾਂ ਦੇ ਵਿੱਚ ਪੋਲਿਸ਼ ਸਪੀਕਰ ਵੀ ਹੈਗੇ ਆ, ਸਾਡੇ ਕੋਲ ਰਸ਼ੀਅਨ ਸਪੀਕਰ ਵੀ ਨੇ, ਸਾਡੇ ਕੋਲ ਯੂਕਰੇਨੀਅਨ ਸਪੀਕਰਸ ਵੀ ਨੇ। ਪਰ ਕਈ ਵੇਲੇ ਜਦੋਂ ਲੋੜ ਪੈ ਜਾਂਦੀ ਆ, ਯਕਦਮ ਬੰਦਾ ਨਹੀਂ ਲੱਭਦਾ। ਤੇ ਲੋੜ ਏਦਾਂ ਪਈ, ਇੱਕ ਨਾ ਬੀਬੀ ਨੇ ਬਾਰਡਰ ਕ੍ਰਾਸ ਕੀਤਾ ਆਪਣੇ ਬੱਚਿਆਂ ਦੇ ਨਾਲ। ਉਹ ਹਜੇ ਸਾਡੇ ਟੈਂਟ ਵੱਲ ਨੂੰ ਆ ਹੀ ਰਹੀ ਸੀ, ਉਹਦਾ ਇੱਕ ਬੱਚਾ ਗੁੰਮ ਹੋ ਗਿਆ। ਉਹ ਵਿਚਾਰੀ ਚੀਕ ਚਿਹਾੜਾ ਮਾਰ ਰਹੀ ਆ, ਉਹ ਯੂਕਰੇਨੀਅਨ ਤੀਮੀ, ਹਨਾ। ਤੇ ਅਸੀਂ ਸਮਝ ਗਏ ਕਿ ਕੋਈ ਗੱਲ ਆ, ਹਨਾ। ਤੇ ਉਹ ਰੋਂਦੀ ਕਰਲਾਉਂਦੀ, ਕਦੇ ਇੱਧਰ ਨੂੰ ਦੇਖੇ, ਕਦੇ ਉੱਧਰ ਨੂੰ ਦੇਖੇ, ਹਨਾ। ਸਮਝ ਆ ਨਾ ਰਵੇ, ਉਹ ਏਦਾਂ ਕਰੇ। ਅਸੀਂ ਸਮਝ ਗਏ ਇਹਦਾ ਬੱਚਾ ਗੁੰਮ ਹੋ ਗਿਆ। ਤੇ ਫਿਰ ਮੈਂ ਉੱਚੀ ਆਵਾਜ਼ ਦੇ ਵਿੱਚ ਉੱਥੇ ਖੜ ਕੇ ਕਿਹਾ ਕਿ ਕਿਸੇ ਨੂੰ ਅੰਗਰੇਜ਼ੀ ਆਉਂਦੀ ਆ, ਕੋਈ ਟਰਾਂਸਲੇਟ ਕਰੋ, ਕਹਿੰਦੀ ਕੀ ਆ ਇਹ, ਤੇ ਬੱਚੇ ਦਾ ਹੁਲੀਆ ਦੱਸੋ ਸਾਨੂੰ, ਹਨਾ। ਤੇ ਫਿਰ ਉਹ ਜਿਹੜੀ ਇੱਕ ਹੋਰ ਲਾਲ ਕੱਪੜਿਆਂ ਦੇ ਵਿੱਚ ਸੀਗੀ, ਉਹਦੀ ਇੰਟਰਵਿਊ ਵੀ ਹੋਈ ਆ ਟੈਂਟ ਦੇ ਸਾਹਮਣੇ ਖੜ ਕੇ, ਉਸ ਯੂਕਰੇਨੀਅਨ ਸਾਡੀ ਭੈਣ ਦੀ, ਹਨਾ। ਉਹਨਾਂ ਦੇ ਨਾਲ ਐਨਾ ਵਾਸ ਹਰ ਨੇਮ। ਤੇ ਉਹਨੇ ਦੱਸਿਆ, ਉਹਨੂੰ ਇੰਗਲਿਸ਼ ਆਉਂਦੀ ਸੀ। ਉਹਨੇ ਮੇਰੀ ਗੱਲ ਸੁਣ ਕੇ ਉਹ ਕਹਿੰਦੀ ਇਹਦਾ ਬੱਚਾ ਗਵਾਚ ਗਿਆ, ਇੰਨੀ ਕੁ ਉਮਰ ਦਾ ਮੁੰਡਾ ਆ, ਲਾਲ ਉਹਨੇ ਝੱਗਾ ਪਾਇਆ ਆ, ਤੇ ਉਹ ਗਵਾਚ ਗਿਆ, ਇੱਥੇ ਹੁਣੇ ਕਿਤੇ ਸੀਗਾ। ਤੇ ਮੈਂ ਉਸੇ ਵੇਲੇ ਵਾਇਰਲੈਸ ਚੱਕ ਕੇ, ਕਿਉਂਕਿ ਸਾਡੇ ਕੋਲ ਜੋ ਸਾਡੇ ਰੇਡੀਓ ਕਮਿਊਨੀਕੇਸ਼ਨਸ ਆ, ਤੇ ਉਸੇ ਵੇਲੇ ਵਾਇਰਲੈਸ ਅਸੀਂ ਨਾਲੇ ਪੁਲਿਸ ਨੂੰ ਕੀਤੀ, ਨਾਲੇ ਜਿਹੜਾ ਸਾਡਾ ਯੂਕਰੇਨ ਬਾਰਡਰ ਫੋਰਸ ਦਾ ਕਮਿਊਨੀਕੇਸ਼ਨ ਚੈਨਲ ਆ, ਉਹਨਾਂ ਨੂੰ ਸਾਰਿਆਂ ਨੂੰ ਇਤਲਾਹ ਦਿੱਤੀ। ਮਿੰਟਾਂ ਦੇ ਵਿੱਚ ਉਹਦਾ ਬੱਚਾ ਲੱਭ ਗਿਆ। ਤੇ ਫਿਰ ਮੈਂ ਉਸ ਜਿਹੜੀ ਤੀਮੀ ਦੇ ਨਾਲ ਜਿਹਨੇ ਟਰਾਂਸਲੇਟ ਕੀਤਾ ਸੀ, ਮੈਂ ਫਿਰ ਇਹਨਾਂ ਦੇ ਨਾਲ ਗੱਲ ਕੀਤੀ। ਮੈਂ ਇਹਨਾਂ ਨੂੰ ਸੱਦਿਆ, ਮੈਂ ਕਿਹਾ ਇਹਨਾਂ ਇੱਧਰ ਆਓ, ਹਨਾ, ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿੱਥੋਂ ਆਏ ਆ, ਕੌਣ ਹੋ, ਤੁਹਾਡੇ ਨਾਲ ਵਾਪਰਿਆ ਕੀ। ਤੇ ਫਿਰ ਇਹਨਾਂ ਨੇ ਦੱਸਿਆ ਕਿ ਜੀ ਅਸੀਂ ਤੁਹਾਡੇ ਕੋਲੇ ਰਹਿ ਰਹੇ ਹਾਂ ਅੰਦਰ, ਐਸੇ ਟੈਂਟ ਦੇ ਵਿੱਚ ਮੇਰੇ ਬੱਚੇ ਨੇ, ਮੈਂ ਬਾਹਰ ਸਮਾਨ ਲੈਣ ਆਈ ਸੀਗੀ, ਤੇ ਤਾਂ ਮੈਂ ਚੀਕ ਚਿਹਾੜਾ ਸੁਣ ਕੇ। ਤੇ ਫਿਰ ਉਹਨੇ ਦੱਸਿਆ ਕਿ ਅਸੀਂ 2-3 ਦਿਨ ਤੁਰਦੇ ਰਹੇ ਹਾਂ, ਤੇ ਸਾਡੇ ਕੋਲ ਖਾਣ ਨੂੰ ਵੀ ਕੁਛ ਨਹੀਂ ਸੀਗਾ, ਤੇ ਪੈਸਾ ਤੁਸੀਂ ਜੇ ਹੋਵੇ ਵੀ ਉਹਨੂੰ ਕਰ ਵੀ ਕੀ ਲਓਗੇ। ਤੇ ਹਾਂਜੀ, ਉਹਨੇ ਬਹੁਤ ਯਾਨੀ ਕਿ ਹਾਲਾਤ ਉਹਨੇ ਦੱਸੇ ਉੱਥੇ। ਉਹਨੇ ਦੱਸਿਆ ਜੀ ਕਿ ਜਦੋਂ ਗੋਲੀਆਂ ਚੱਲਦੀਆਂ, ਜਿੱਥੋਂ ਨਿਕਲ ਕੇ ਆਏ ਆ, ਤੇ ਹਾਹਾਕਾਰ ਏਦਾਂ ਮਚੀਓ ਆ, ਤੇ ਲੋਕ ਆਪਣੇ ਨਿਆਣਿਆਂ ਨੂੰ ਨੀਵੇਂ ਕਰ ਕਰਕੇ ਜਦੋਂ ਕੱਢਦੇ ਆ, ਇੱਧਰੋਂ ਉੱਧਰੋਂ ਕੱਢਦੇ ਨੇ, ਹਨਾ। ਤੇ ਹਾਲਾਤ ਬਹੁਤ ਉਹਨਾਂ ਨੇ ਮਾੜੇ ਦੱਸੇ ਕਿ ਬੀਬੀਆਂ ਦੇ ਨਾਲ ਉੱਧਰ ਸਲੂਕ ਵੀ ਸੁਣਿਆ ਸੀਗਾ, ਪਰ ਸਾਡੇ ਸਾਹਮਣੇ ਕੋਈ ਅਜਿਹਾ ਕੇਸ ਨਹੀਂ ਆਇਆ। ਲੜਾਈ ਦੇ ਵਿੱਚ ਬਹੁਤ ਕੁਛ ਹੁੰਦਾ ਜੀ, ਲੜਾਈਆਂ ਜਦੋਂ ਤੁਸੀਂ ਇਤਿਹਾਸ ਵੀ ਪੜ੍ਹਦੇ ਆ, ਬਹੁਤ ਕੁਛ ਲੜਾਈਆਂ ਦੇ ਟਾਰਗੇਟ ਸਭ ਤੋਂ ਵੱਧ ਬੱਚੇ, ਬੀਬੀਆਂ ਤੇ ਬਜ਼ੁਰਗ ਹੁੰਦੇ ਨੇ। ਤੇ ਉਹਨੇ ਫਿਰ ਦੱਸਿਆ, ਮੈਂ ਉਹਨੂੰ ਫਿਰ ਐਂਡ ਦੇ ਵਿੱਚ ਮੈਨੂੰ ਇੱਕ ਸਵਾਲ ਪੁੱਛਿਆ, ਉਹ ਇੰਟਰਵਿਊ ਜ਼ਰੂਰ ਦੇਖ ਲਿਓ ਜੀ ਤੁਸੀਂ ਵੀ। ਤੇ ਉਹਦੇ ਵਿੱਚ ਪੁੱਛਿਆ, ਮੈਂ ਕਿਹਾ ਕਦੇ ਤੂੰ ਕਦੇ ਸਿੱਖ ਦੇਖੇ ਸਨ? ਕਹਿੰਦੀ ਮੈਂ ਦੇਖੇ ਨਾ ਸੀ, ਪਰ ਕਹਿੰਦੀ ਮੈਨੂੰ ਹੁਣ ਅੱਖੀਂ ਡਿੱਠਾ ਹਾਲ ਜਿਹੜਾ ਮੈਂ ਕਹਿੰਦੀ ਐਸ ਟਰਬਨ ਨੂੰ, ਤੇ ਕਹਿੰਦੀ ਆਹ ਜੋ ਤੁਹਾਡਾ ਪਹਿਰਾਵਾ ਆ, ਤੇ ਕਹਿੰਦੀ ਉਹ ਜੀ ਰੋਣ ਲੱਗ ਪਈ ਐਂਡ ਦੇ ਵਿੱਚ।
ਸੱਚੀ ਮੇਰਾ ਆਪਣਾ ਰੋਲ ਹੈ ਨਾ ਉਸ ਵੇਲੇ ਅੱਖਾਂ 'ਚ ਆ ਗਿਆ ਕਿ ਮਹਾਰਾਜ ਨੇ ਕਿਹੋ ਜਿਹੀਆਂ ਸੇਵਾਵਾਂ ਬਖਸ਼ੀਆਂ ਆ ਸਾਨੂੰ, ਤੇ ਉਹਨੇ ਘੁੱਟ ਕੇ ਜੱਫੀ ਪਾਈ ਕਿ ਇਹੋ ਜਿਹੀਆਂ ਸਾਨੂੰ ਸੇਵਾਵਾਂ ਮਹਾਰਾਜ ਨੇ ਬਖਸ਼ੀਆਂ ਕਿ ਖਾਲਸਾ ਨਿਰਵੈਰ ਹੈ ਜੀ। ਖਾਲਸੇ ਦੀ ਵਿਲੱਖਣਤਾ ਕਿ ਜਦੋਂ ਕਹਿੰਦੇ ਹੁੰਦੇ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ। ਉਸ ਮਹਾਰਾਜ ਨੂੰ ਯਾਦ ਕਰਦੇ ਆ ਅਸੀਂ, ਉਸ ਪਰੰਪਰਾ ਤੇ ਚੱਲੇ ਆ। ਤੇ ਕਈ ਵੇਲੇ 2-3 ਵਜੇ ਸਾਨੂੰ ਵੀ ਯਾਦ ਆਉਂਦਾ ਜਦੋਂ ਤੜਕੇ ਦੇ 2-3 ਵੱਜਦੇ ਆ ਉੱਥੇ ਠੰਡ 'ਚ ਖੜਿਆਂ ਨੂੰ, ਭਈ ਯਾਰ ਅਸੀਂ ਕਾਹਦੇ ਲਈ ਨੱਠੇ ਭੱਜੇ ਫਿਰਦੇ ਆ, ਕਿਹੜੀ ਗੱਲ ਦੇ ਲਈ ਹਨਾ, ਅਸੀਂ ਕਿਹੜੀਆਂ ਸਰਦਾਰੀਆਂ ਨੂੰ। ਫਿਰ ਜਦੋਂ ਨਿਸ਼ਾਨ ਸਾਹਿਬ ਝੂਲਦਾ ਦਿਖਦਾ ਨਾ ਰਾਤ ਨੂੰ ਲਾਈਟਾਂ ਦੇ ਵਿੱਚ, ਹਾਂ ਬਈ ਅਸੀਂ ਉਸ ਪਾਤਸ਼ਾਹੀ ਨੂੰ ਨੱਠੇ ਭੱਜੇ ਫਿਰਦੇ ਆ। ਸਾਡੀ ਇੱਕ ਸੇਵਾ ਲੱਗੀ ਹੋਈ ਹੈ, ਸਾਡੀ ਸੇਵਾ ਲੱਗੀ ਆ। ਮਹਾਰਾਜ ਨੇ ਆਪਣਾ ਸਰਬੰਸ ਸਾਰਾ ਹੀ ਵਾਰ ਦਿੱਤਾ ਸਾਡੇ ਤੇ ਅਸੀਂ ਉਸੇ ਸਿੱਖੀ ਦੇ ਫਲਸਫੇ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਅਸੀਂ ਉੱਚੇ ਉੱਠ ਕੇ ਕਿ ਮਾਨਸ ਕੀ ਜਾਤ, ਜੋ ਮਹਾਰਾਜ ਦੀ ਬਾਣੀ ਦੇ ਮੁਤਾਬਕ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ, ਜੋ ਸਾਡੀ ਮੋਟੋ ਵੀ ਆ ਯੂਨਾਈਟਿਡ ਸਿੱਖ ਦੀ ਜੀ, ਕਿ ਟੂ ਰੈਕਗਨਾਈਜ਼ ਦੀ ਹਿਊਮਨ ਰੇਸ ਐਜ਼ ਵਨ। ਅਸੀਂ ਉਸ ਫਲਸਫੇ ਨੂੰ, ਉਸ ਨਿਸ਼ਾਨ ਨੂੰ, ਉਸ ਗੁਰੂ ਦੇ ਜੋ ਮਿਸ਼ਨ ਆ ਉਸ ਨੂੰ ਗਾਹਾਂ ਤੋਰ ਰਹੇ। ਬਿਲਕੁਲ ਬਿਲਕੁਲ। ਔਰ ਜੋ ਸੇਵਾਵਾਂ ਚੱਲ ਰਹੀਆਂ ਨੇ ਔਰ ਉਹਨਾਂ ਸੇਵਾਵਾਂ ਦੇ ਸਦਕਾ ਦੁਨੀਆ ਹੁਣ ਜਾਣਨ ਲੱਗੀ ਹੈ ਕਿ ਖਾਲਸਾ ਕੀ ਹੈ, ਸਿੱਖ ਕੀ ਨੇ। ਤੇ ਉਹ ਮੈਨੂੰ ਲੱਗਦਾ ਕਿ ਸਪਿਰਿਟ ਹੈ ਇੱਕ, ਜਿਵੇਂ ਤੁਸੀਂ ਹੁਣੇ ਕਿਹਾ ਸੀ ਕਿ ਜਦੋਂ ਸੋਚਦੇ ਆ ਵੀ ਕਿਉਂ ਕਰ ਰਹੇ ਆ ਅਸੀਂ ਵੀ ਆਪਦੇ ਘਰ ਦੇ ਵਿੱਚ ਆਰਾਮ ਨਾਲ ਬਹਿ ਸਕਦੇ ਆ, ਪਰ ਗੁਰੂ ਸਾਹਿਬ ਨੇ ਸ਼ਾਇਦ ਇਹੀ ਤਾਂ ਵਿਲੱਖਣਤਾ ਬਖਸ਼ੀ ਹੈ ਕਿ ਅਸੀਂ ਬਹਿ ਨਹੀਂ ਸਕਦੇ। ਜਦੋਂ ਕੋਈ ਦੁਖੀ ਹੁੰਦਾ ਹੈ ਤੇ ਉਹਦੀ ਆਪਣੇ ਆਪ ਮਦਦ ਕਰਨ ਦੇ ਲਈ ਗੁਰੂ ਸਾਹਿਬ ਤੋਰ ਦਿੰਦੇ ਨੇ। ਸੋ ਅਖੀਰਲਾ ਮੈਂ ਸਵਾਲ ਪੁੱਛਾਂਗੀ ਕਿ ਹੁਣ ਤੁਸੀਂ ਵਾਪਸ ਵੀ ਉੱਥੇ ਜਾਣਾ ਹੈ ਯੂਕਰੇਨ ਦੇ ਵਿੱਚ ਸੇਵਾ ਕਰਨ ਦੇ ਲਈ ਇੱਥੋਂ ਪੰਜਾਬ ਤੋਂ? ਬਿਲਕੁਲ ਜੀ, ਪੰਜਾਬ ਤੋਂ ਬਾਅਦ ਮੇਰੇ ਕੋਲ ਤਕਰੀਬਨ 4-5 ਦਿਨ ਨੇ। ਸੋ ਸੁਨੇਹੇ ਤੋਂ ਸੁਨੇਹੇ ਆਲਰੇਡੀ ਆ ਰਹੇ ਨੇ, ਆਸਮਾਨ ਹੋਰ ਚਾਹੀਦਾ ਜੀ, ਯੂਕੇ ਤੋਂ ਉਹ ਮਿਲਣਾ ਆ ਲਿਆਇਓ ਜੀ, ਆ ਲਿਆਇਓ। ਸੋ ਸਾਡੀਆਂ ਟੀਮਾਂ ਆਲਰੇਡੀ ਉੱਧਰ ਪਹੁੰਚੀਆਂ ਆ। ਯੂਕੇ ਦੀ ਟੀਮ 7 ਤੋਂ ਬਾਅਦ ਵੀ ਗੇੜੇ ਮਾਰ ਚੁੱਕੀ ਆ ਤੇ ਡਿਊਟੀਆਂ ਲੱਗੀਆਂ ਹੁੰਦੀਆਂ ਜੀ ਕਿ ਉੱਤੇ ਅਸੀਂ 5 ਦਾ ਜਥਾ ਬਣਾਉਣਾ ਹੁੰਦਾ। ਠੀਕ ਹੈ, ਮਤਲਬ ਕੰਟੀਨਿਊ ਚੱਲ ਰਹੀ ਹੈ ਸੇਵਾ, ਕੰਟੀਨਿਊ ਸੇਵਾ। ਅਸੀਂ ਰੋਟੇਸ਼ਨ ਦੇ ਉੱਤੇ ਆ। ਸੋ ਮੋਰਲੀ ਵੀਕਐਂਡ ਯੂਕਰੇਨ ਤੋਂ ਤੁਹਾਨੂੰ ਅਸੀਂ ਉਧਰੋਂ ਸੰਪਰਕ ਕਰਾਂਗੇ। ਠੀਕ ਹੈ, ਬਿਲਕੁਲ ਬਿਲਕੁਲ, ਅਸੀਂ ਜ਼ਰੂਰ ਸੰਪਰਕ ਕਰਾਂਗੇ ਦੁਬਾਰਾ, ਫਿਰ ਦਰਸ਼ਕਾਂ ਦੇ ਨਾਲ ਜੁੜਾਂਗੇ। ਤੇ ਸੇਵਾਦਾਰਾਂ ਦੇ ਵਿੱਚ ਬੀਬੀਆਂ ਵੀ ਸ਼ਾਮਿਲ ਨੇ? ਬਿਲਕੁਲ ਜੀ, ਬਿਲਕੁਲ ਬੀਬੀਆਂ ਸ਼ਾਮਿਲ ਨੇ। ਮੈਂ ਤੁਹਾਨੂੰ ਜਿਵੇਂ ਦੱਸਦਾ ਸੀ ਕਿ ਸਾਡੀ ਜਿਹੜੀ ਡੈਨਿਸ਼ ਟੀਮ ਆ ਉਹਦੇ ਵਿੱਚ ਉਹ ਬੀਬੀਆਂ ਦਾ ਮੇਨਲੀ, ਉਹ ਬੀਬੀਆਂ ਇਨਸਾਈਡ ਦੀ ਜਿਹੜੀ ਟੈਂਟ ਦੀ ਹੌਸਪਿਟੈਲਿਟੀ ਆ ਉਹ ਸਾਡੀ ਫੀਮੇਲ ਜੋ ਵਲੰਟੀਅਰ ਨੇ ਉਹ ਨੇ। ਤੇ ਸਾਡੀਆਂ ਅੱਗੇ ਭੈਣਾਂ ਆਈਆਂ ਸਨ, ਇਟਲੀ ਤੋਂ ਵੀ ਆਈਆਂ ਸਨ, ਹੋਰ ਹਾਂਜੀ ਕਈਆਂ ਮੁਲਕਾਂ ਤੋਂ ਆਉਂਦੇ ਨੇ। ਸੋ ਇਟਸ ਅ ਰੋਟੇਸ਼ਨ। ਉਹਨਾਂ ਦੀ ਫਿਰ ਰਿਹਾਇਸ਼ ਦਾ ਪ੍ਰਬੰਧ ਵੱਖਰਾ ਹੁੰਦਾ ਆ ਐਟ ਅ ਸੇਫ ਡਿਸਟੈਂਸ ਅਵੇ ਫਰਮ ਦੀ ਬਾਰਡਰ, ਕਿਉਂਕਿ ਇਸ ਬਾਰਡਰ ਤੇ ਵੀ ਕੁਝ ਵੀ ਹੋ ਸਕਦਾ ਜੀ। ਤੇ ਕੋਈ ਇਦਾਂ ਦਾ ਵੀ ਸਿਸਟਮ ਹੈ ਕਿ ਲੋਕ ਤੁਹਾਨੂੰ ਸੰਪਰਕ ਕਰ ਸਕਣ? ਕੋਈ ਤੁਸੀਂ ਆਪਣੇ ਫੋਨ ਨੰਬਰ ਵੀ ਤੁਹਾਨੂੰ ਉੱਥੇ ਜਾਰੀ ਕਰਨੇ ਪਏ ਨੇ ਜਾਂ ਈਮੇਲ ਕੇ ਜਿਹੜੇ ਯੂਕਰੇਨ ਤੋਂ ਨਹੀਂ ਆਉਣਾ ਚਾਹੁੰਦੇ ਬਾਹਰ ਲੋਕ, ਪਰ ਉੱਥੇ ਉਹਨਾਂ ਨੂੰ ਹੈਲਪ ਚਾਹੀਦੀ ਹੈ, ਕੁਛ ਇਦਾਂ ਦਾ ਵੀ ਸਿਸਟਮ ਬਣਿਆ ਹੋਇਆ? ਹਾਂਜੀ, ਬਣਿਆ ਆ। ਉਹਨਾਂ ਲੋਕਾਂ ਨੂੰ ਪਤਾ ਆ ਕਿ ਜੇ ਉਹ ਆਪਣੀ ਲੋਕਲ ਅਥਾਰਟੀ ਦੇ ਨਾਲ ਸੰਪਰਕ ਕਰਦੇ ਆ, ਲੋਕਲ ਅਥਾਰਟੀ ਹੁਣ ਸਾਨੂੰ ਸੰਪਰਕ ਕਰੂਗੀ, ਕਿਉਂਕਿ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕੱਲੇ ਦਾ ਨੰਬਰ ਜਾਂ ਕੱਲੇ ਨੂੰ ਸੰਪਰਕ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਈਵਨ ਸਾਨੂੰ ਵੀ ਸੰਪਰਕ ਕਰਨਾ ਔਨ ਦੀ ਬਾਰਡਰ ਬਹੁਤ ਔਖਾ ਹੋ ਜਾਂਦਾ। ਹੁਣ ਜੇ ਕੋਈ ਵਾਲੰਟੀਅਰ ਇੱਧਰੋਂ ਜਾਣਾ ਚਾਹਵੇ ਉਹ ਆਪਣੇ ਮੁਲਕ ਦੇ ਨਾਲ ਸੰਪਰਕ ਕਰਨਗੇ, ਜਿਵੇਂ ਕਿ ਇੱਧਰੋਂ ਪੰਜਾਬ ਤੋਂ ਕੋਈ ਜਾਣਾ ਚਾਹਵੇ ਉਹ ਸਾਡੀ ਪੰਜਾਬ ਜਾਂ ਦਿੱਲੀ ਦੀ ਟੀਮ ਦੇ ਨਾਲ ਸੰਪਰਕ ਹੋਊਗਾ ਪਹਿਲਾਂ ਉਹਨਾਂ ਦਾ। ਫਿਰ ਦਿੱਲੀ ਸਾਨੂੰ ਦੱਸਣਗੇ ਕਿ ਪੰਜਾਬ ਦੀ ਟੀਮ ਸਾਨੂੰ ਦੱਸੂਗੀ ਕਿ ਜੀ ਸਾਡੇ ਕੋਲ ਇੰਨੇ ਵਾਲੰਟੀਅਰ ਆ, ਆਹ ਇਹਨਾਂ ਦੇ ਸਕਿੱਲ ਸੈੱਟ ਨੇ, ਇੰਨੇ ਚਿਰ ਲਈ ਇਹ ਜਾਣਾ ਚਾਹੁੰਦੇ ਨੇ। ਤੇ ਫਿਰ ਉਹਨਾਂ ਨੂੰ ਪ੍ਰੋਸੈਸਿੰਗ ਦੇ ਵਿੱਚ ਪਾਇਆ ਜਾਂਦਾ, ਉਹਨਾਂ ਦਾ ਬੈਕਗ੍ਰਾਉਂਡ ਚੈੱਕ ਸਾਰਾ ਹੁੰਦਾ ਆ, ਉਹਨਾਂ ਦੀ ਜਿਹੜੀਆਂ ਆਈਡੀਆਂ ਬਣਦੀਆਂ ਵਾ ਉਹ ਸਾਰਾ ਕੁਛ। ਤੇ ਇੱਦਾਂ ਸਾਰੇ ਮੁਲਕਾਂ ਦੇ ਲਈ ਸੇਮ ਪ੍ਰੋਸੈਸ ਹੈ ਜੀ। ਤੇ unitedsikh.org ਸਾਡਾ ਜਿਹੜਾ ਵੈਬਸਾਈਟ ਹੈ ਜੀ, ਮੇਨ ਵੈਬਸਾਈਟ unitedsikhs.org। ਤੇ ਕੰਟੈਕਟ ਜਿਹੜੀ ਈਮੇਲ ਐਡਰੈਸ ਹੈ contact@unitedsikhs.org। ਤੇ ਨੰਬਰ ਸਾਰੇ ਈਮੇਲ ਫॉर ਈਚ ਕੰਟਰੀ, ਐਵਰੀਥਿੰਗ ਇਜ਼ ਔਨ ਦੇयर। ਤੇ ਮੇਨ ਗੱਲ ਹੈਗੀ ਆ ਕਿ ਜਿਹੜੇ ਸਾਡੀਆਂ ਸੇਵਾਵਾਂ ਦੀ ਹੁਣ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਇਹ ਸਾਰੀ ਜੋ ਵੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ। ਕੋਈ ਸੰਗਤ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ? ਸੰਗਤ ਨੂੰ ਇਹੀ ਅਪੀਲ ਹੈ ਜੀ ਕਿ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਜਿੰਨਾ ਵੀ ਹਿੱਸਾ ਤੁਸੀਂ ਪਾ ਸਕਦੇ ਆ। ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਆਪਣੇ ਮੁਲਕ ਦੇ ਨਾਲ ਸੰਪਰਕ ਕਰੋ ਤੇ ਉੱਤੇ ਵੀ ਸੇਵਾਵਾਂ ਹਰੇਕ ਮੁਲਕਾਂ ਦੇ ਵਿੱਚ ਚੱਲਦੀਆਂ ਵਾ। ਤੇ ਯੂਕਰੇਨ ਦੇ ਜਾਂ ਯੂਰਪ ਦੇ ਵਿੱਚ ਤੁਸੀਂ ਸਾਡੇ ਨਾਲ ਸੰਪਰਕ ਕਰੋ unitedsikh.org ਦੇ ਉੱਤੇ, ਤੇ ਕੰਟੈਕਟ ਹੈ ਯੂਨਾਈਟਿਡ ਸਿੱਖ। ਤੇ ਤੁਸੀਂ ਯੂਰਪ ਤੋਂ ਜਿੰਨਾ ਵੀ, ਕਿਉਂਕਿ ਸਾਨੂੰ ਇਸ ਵੇਲੇ ਲੌਜਿਸਟਿਕਲ ਜਿਹੜੀ ਸਪੋਰਟ ਕਾਫੀ ਉਹ ਬੈਲਜੀਅਮ ਤੇ ਜਰਮਨ ਦੇ ਗੁਰਦੁਆਰਾ ਸਾਹਿਬਾਨਾਂ ਤੋਂ
ਤੇ ਇਧਰੋਂ ਡੈਨਮਾਰਕ, ਇਹਨਾਂ ਮੁਲਕਾਂ ਦੇ ਵਿੱਚੋਂ ਬਾਈ ਲੈਂਡ ਈਜ਼ੀ ਆ ਜੀ ਉਧਰੋਂ ਆਉਣਾ। ਹੁਣ ਕਈ ਵੇਲੇ ਵੱਡੇ ਪਾਇਲਟ ਅਸੀਂ ਟਰੱਕ ਲਿਆਣੇ ਹੁੰਦੇ ਆ ਤੇ ਉਹ ਅਸੀਂ ਬਾਈ ਲੈਂਡ ਯੂਰਪ ਤੋਂ ਈਜ਼ੀ ਆ ਜਾਂਦੇ ਆ, ਜਿਹੜੇ ਕਿ ਹੁਣ ਬਾਹਰਲਿਆਂ ਮੁਲਕਾਂ ਤੋਂ ਲਿਆਣੇ ਔਖੇ ਹੋ ਜਾਂਦੇ ਆ। ਸੋ ਜਿੱਦਾਂ ਵੀ ਕੋਈ ਮਦਦ ਕਰ ਸਕਦਾ ਹੈ ਉਹ ਜ਼ਰੂਰ ਸਾਡੀ ਮਦਦ ਕਰਨ। ਔਰ ਵੋਲੰਟੀਅਰ ਵੀ ਤੁਸੀਂ ਬਣ ਸਕਦੇ ਹੈਗੇ, ਵੋਲੰਟੀਅਰ ਬਣ ਕੇ ਵੀ ਸੇਵਾ ਕਰ ਸਕਦੇ ਹੋ। ਸੋ ਭਾਈ ਸਾਹਿਬ ਤੁਹਾਡੀਆਂ ਸੇਵਾਵਾਂ ਨੂੰ ਸਲਾਮ ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਅਸੀਂ ਸਾਰਿਆਂ ਦੀ ਸਲਾਮਤੀ ਲਈ ਵੀ ਅਰਦਾਸ ਕਰਦੇ ਹਾਂ ਕਿ ਜਿਹੜੇ ਉੱਥੇ ਮਦਦ ਕਰ ਰਹੇ ਨੇ ਤੁਹਾਡੇ ਵਰਗੀਆਂ ਸੰਸਥਾਵਾਂ ਤੇ ਜਿਹੜੇ ਲੋਕ ਯੂਕਰੇਨ ਦੇ ਵਿੱਚ ਨੇ ਜਾਂ ਫਿਰ ਰਸ਼ੀਆ ਦੇ ਵਿੱਚ ਨੇ ਤੇ ਉਹ ਵੀ ਸਾਰੇ ਸੁਰੱਖਿਅਤ ਰਹਿਣ, ਸੇਫ ਰਹਿਣ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। From Italy, from Germany, so everywhere that you can see. We also got Australians over there working with us. We got the British as well. So as I said, Siobhan Trust, we have a good relationship next door, which are pizza people, feeding all of us and everyone, and same as us. So please keep supporting the mission here in the Ukraine. Try to help the refugees. You know the status. Everyone knows what's happening. Please support us as much as possible. Thank you so much.